ਸਮੂਹ ਹਾਜ਼ਰੀਨ, ਸੰਗਤ ਨੂੰ ਪਿਆਰ ਸਤਿਕਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸ ਕਰਦਾ ਸਾਰੇ ਠੀਕ ਠਾਕ ਹੋਵੋਗੇ। ਪਿਛਲੀਆਂ 2-3 ਬੈਠਕਾਂ ਸ਼ਾਇਦ ਅਸੀਂ ਰਿਕਾਰਡਿੰਗ ਪਾ ਨਹੀਂ ਸਕੇ, ਕਿਸੇ ਕਾਰਨ ਕਰਕੇ। ਆਪਾਂ ਸਮਾਂ ਵੀ ਕੁਛ ਘੱਟ ਲਾਇਆ ਸੀ, ਇਸ ਕਰਕੇ ਮੈਂ ਪਿਛਲਾ ਸ਼ਬਦ ਜਿਹੜਾ ਆਪਾਂ ਸੋਹਿਲਾ ਬਾਣੀ ਚੋਂ ਸ਼ੁਰੂਆਤ ਕੀਤੀ ਸੀ, ਇਹ ਥੋੜਾ ਜਿਹਾ ਰਿਪੀਟ ਕਰੂੰਗਾ, ਕੁਛ ਨਵੀਆਂ ਚੀਜ਼ਾਂ ਦੇ ਨਾਲ ਜਿਹੜੀਆਂ ਅਸੀਂ ਪਹਿਲਾਂ ਐਕਸਪਲੇਨ ਨਹੀਂ ਕੀਤੀਆਂ ਸੀ। ਪਰ ਉਸ ਤੋਂ ਪਹਿਲਾਂ ਗੁਰਮੁਖ ਸੱਜਣਾਂ ਨਾਲ ਵਿਚਾਰ ਕਰਦੇ ਹਾਂ। ਇੱਕ ਬੜੀ ਖੂਬਸੂਰਤ ਗੱਲ ਸਾਡੇ ਸਾਹਮਣੇ ਆਈ ਹੈ ਬ੍ਰਹਮ ਗਿਆਨ ਦੇ ਵਿੱਚੋਂ। ਅਸੀਂ ਜਦੋਂ ਕਹਿੰਦੇ ਆ ਸ਼ਬਦ, ਅਸੀਂ ਵਿਚਾਰਿਆ ਵੀ ਹੈ, ਸੰਗਤਾਂ ਨੂੰ ਯਾਦ ਹੋਣਾ ਜਿਹੜੇ ਸ਼ੁਰੂ ਤੋਂ ਨਾਲ ਇਸ ਸੰਗਤ 'ਚ ਸ਼ਾਮਲ ਹੋ ਰਹੇ ਨੇ। ਆਪਾਂ ਉਦੋਂ ਪੜ੍ਹਿਆ ਸੀ, ਸ੍ਰੀ ਰਾਮ ਨਾਮਾ ਉਚਰ ਮਨਾ, ਆਗੇ ਜਮਦਲ ਬਿਖਮ ਕਣਾ। ਯਾਦ ਹੋਣਾ ਜੀ ਸਾਰਿਆਂ ਨੂੰ। ਇੱਥੇ ਜਿਹੜਾ ਉਚਾਰਨ ਸ਼ਬਦ ਦਾ ਕਰਨਾ ਹੈ ਅਸੀਂ ਐਕਚੁਅਲ, ਉਹ ਸ੍ਰੀ ਨਹੀਂ ਕਰਨਾ। ਅਸੀਂ ਇੱਥੇ ਉਚਾਰਨ ਕਰਨਾ ਸਰੀ। ਇਹ ਕਿਉਂ? ਇਹ ਦੋ ਲਫ਼ਜ਼ ਸਾਡੇ ਸਾਹਮਣੇ ਆਏ ਨੇ ਪੰਜਾਬੀ ਗੁਰਮੁਖੀ ਲੈਂਗੁਏਜ ਦੇ ਵਿੱਚੋਂ, ਕਿਉਂਕਿ ਲੈਂਗੁਏਜ ਟਾਈਮ ਦੇ ਨਾਲ ਡਿਵੈਲਪ ਹੁੰਦੀ ਹੈ। ਇੱਕ ਲੈਂਗੁਏਜ ਦੀ ਸਾਇੰਸ ਹੁੰਦੀ ਹੈ ਜਿਹਨੂੰ ਲਿੰਗੁਇਸਟਿਕ ਕਹਿੰਦੇ ਆ, ਸਾਇੰਸ ਆਫ ਲੈਂਗੁਏਜਸ। ਸੋ ਇਹ ਜਿਹੜੇ ਸਿੱਖਿਆ ਦੇਣ ਵਾਲੇ ਹੁੰਦੇ ਨੇ, ਟੀਚਰਸ, ਪ੍ਰੋਫੈਸਰਸ, ਇਹ ਕੰਟੀਨਿਊਸਲੀ ਰਿਸਰਚ ਕਰਦੇ ਰਹਿੰਦੇ ਆ ਸ਼ਬਦਾਂ ਦੀ, ਸ਼ਬਦਾਂ ਨੂੰ ਭਾਸਦੇ ਰਹਿੰਦੇ ਆ। ਮੈਂ ਦੋ ਲਫ਼ਜ਼ਾਂ ਦਾ ਜ਼ਿਕਰ ਕਰਨਾ ਹੈ ਅੱਜ। ਪਹਿਲਾਂ ਆਪਾਂ ਸਰੀ ਦੇ ਉੱਤੇ ਆਉਣੇ, ਫਿਰ ਦੂਸਰਾ ਲਫ਼ਜ਼ ਆਪਾਂ ਸ਼ੁਰੂਆਤ ਕਰਾਂਗੇ। ਤੀਸਰੇ ਨੰਬਰ ਤੇ ਫਿਰ ਆਪਾਂ ਜਿਹੜਾ ਆਪਣਾ ਸ਼ਬਦ ਦਾ ਹੈ, ਜੋ ਆਪਾਂ ਕਰਨਾ ਹੈ ਰੂਟੀਨ ਦਾ, ਉਧਰ ਆਪਾਂ ਆਵਾਂਗੇ। ਪਰ ਇਹ ਚੀਜ਼ਾਂ ਤਾਂ ਮੈਂ ਕਲੀਅਰ ਕਰਨੀ ਚਾਹੁੰਦਾ ਕਿ ਜਿਉਂ-ਜਿਉਂ ਤੁਸੀਂ ਆਪਣੇ ਤੁਹਾਡੇ ਮਨ ਦੀ ਅਵਸਥਾ, ਜਿਉਂ ਤੁਸੀਂ ਬੈਠਣਾ, ਬ੍ਰਹਮ ਗਿਆਨ ਨੂੰ ਪੜ੍ਹਨਾ, ਦਰਸ਼ਨ ਕਰਕੇ, ਗੁਰਬਾਣੀ ਦੇ ਦਰਸ਼ਨ ਕਰਕੇ, ਇਹ ਚੀਜ਼ਾਂ ਬਹੁਤ ਵਾਰੀ ਆਉਣੀਆਂ ਨੇ ਬਾਣੀ 'ਚ। ਔਰ ਉਹ ਛੋਟੀਆਂ ਛੋਟੀਆਂ ਚੀਜ਼ਾਂ ਨੇ, ਉਹਨਾਂ ਦੇ ਕਲੀਅਰ ਹੋਣ ਦੇ ਨਾਲ ਤੁਹਾਨੂੰ ਉਹ ਜਿਹੜੇ ਸ਼ਬਦ ਜਿੱਥੇ ਵੀ ਤੁਸੀਂ ਪੜ੍ਹੋਗੇ ਉਹ ਝੱਟ ਕਲੀਅਰ ਹੋ ਜਾਣੇ। ਸੇਮ ਇਕੁਏਸ਼ਨ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਲੱਗਣੀ ਹੈ। ਹਾਂ, ਲਫ਼ਜ਼ਾਂ ਦੇ ਅਰਥ ਜਿਹੜੇ ਨੇ ਉਹ ਤਕਰੀਬਨ 5, 6, 7 ਅਰਥ ਵੀ ਹੁੰਦੇ ਨੇ, ਅਕੋਰਡਿੰਗ ਟੂ ਕਿ ਉਹ ਸ਼ਬਦ, ਉਹ ਅੱਖਰ ਕਿਸ ਤਰ੍ਹਾਂ ਯੂਜ਼ ਕੀਤਾ ਗਿਆ ਉੱਥੇ। ਸੋ ਆਪਾਂ ਸ਼ਬਦ ਪੜ੍ਹਿਆ ਸੀ, ਸ੍ਰੀ ਰਾਮ ਨਾਮਾ ਉਚਰ ਮਨਾ। ਅਸੀਂ ਸਾਰੇ ਹੀ ਕਹਿੰਦੇ ਹਾਂ ਜੀ, ਪਹਿਲਾਂ ਤਾਂ ਆਪਣਾ ਸਕੂਲ 'ਚ ਪੁੱਛਦੇ ਸੀ ਤੁਹਾਡੇ ਪਿਤਾ ਦਾ ਨਾਂ ਕੀ ਆ, ਅਸੀਂ ਕਹਿੰਦੇ ਸੀ ਸ੍ਰੀ ਮਹਿੰਦਰ ਸਿੰਘ, ਤੇ ਉਹ ਸ਼੍ਰੀ ਲਾ ਦਿੰਦੇ ਸੀ ਨਾਮ ਦੇ ਅੱਗੇ। ਸੋ ਇਹ ਜਿਹੜਾ ਲਫ਼ਜ਼ ਹੈ ਜਿਹੜਾ ਆਪਾਂ ਇੱਥੇ ਅੱਜ ਵਿਚਾਰ ਕਰਨੀ ਆ, ਉਹ ਸਰੀ ਹੈ। ਸੱਸੇ ਦੇ ਪੈਰ 'ਚ ਰਾਰਾ ਤੇ ਬਿਹਾਰੀ। ਜਦੋਂ ਅੱਗੇ ਰਾਮਨਾਮਾ ਜਾਂ ਅਕਾਲ ਪੁਰਖ ਦਾ ਜ਼ਿਕਰ ਆਏਗਾ, ਉੱਥੇ ਸਰੀ ਆਪਾਂ ਪੜ੍ਹਨਾ। ਕਿਉਂ? ਕਿਉਂਕਿ ਸਰੀ ਦਾ ਮਤਲਬ ਹੈ ਸਰਬ ਵਿਆਪਕ। ਠੀਕ ਹੈ ਜੀ, ਸਰਬ ਵਿਆਪਕ, ਜਿਹੜਾ ਸਾਰਿਆਂ ਦੇ ਵਿੱਚ ਵਿਆਪਕ ਹੈ, ਵਰਤ ਰਿਹਾ, ਉਹਨੂੰ ਆਪਾਂ ਸਰੀ ਕਹਿਣਾ। ਸਰੀ ਰਾਮਨਾਮਾ ਉਚਰ ਮਨਾ। ਇਹ ਰਾਮ ਨਾਮ ਵੀ ਜਿਹੜਾ ਸਰਬ ਵਿਆਪੀ ਹੈ, ਹਰੇਕ ਦੇ ਅੰਦਰ ਹੈ। ਹਰ ਕੋਈ ਗੁਰਮੁਖ ਸਿਸਟਮ ਦੇ ਜ਼ਰੀਏ, ਜਿਹਨੂੰ ਅਸੀਂ ਗੁਰਮੁਖ ਸਿਸਟਮ ਕਹਿੰਦੇ ਹਾਂ, ਉਸ ਦੇ ਜ਼ਰੀਏ ਬ੍ਰਹਮ ਗਿਆਨ ਦੀ ਮਦਦ ਦੇ ਨਾਲ ਹਰ ਕੋਈ ਆਪਣੇ ਕੰਨਾਂ ਦੇ ਨਾਲ ਐਸ ਰਾਮ ਨਾਮ ਨੂੰ ਸੁਣ ਸਕਦਾ ਹੈ। ਸੋ ਇਹ ਅੱਖਰ ਹੋ ਗਿਆ, ਇਹਨੂੰ ਸਰੀ ਪੜ੍ਹਨਾ, ਸਰਬ ਵਿਆਪੀ।
ਦੂਸਰਾ ਜਿਹੜਾ ਇਹਦੇ ਆਪਾਂ ਹੁਣ ਉਦਾਹਰਣ ਲੈ ਲਈਏ ਕਿ ਇਹਨੂੰ ਸਰੀ ਕਿਉਂ ਪੜ੍ਹਨਾ। ਦੇਖੋ ਹੁਣ ਫਿਰ ਆਏਗਾ ਇੱਕ ਲਫ਼ਜ਼, ਗੁਰਬਾਣੀ ਦੀ ਤੁਕ ਹੈ, ਸਰੀ ਰਾਮਚੰਦ ਜਿਸ ਰੂਪ ਨਾ ਰੇਖਿਆ। ਹੁਣ ਇੱਥੇ ਰਾਮਚੰਦ ਲਿਖਿਆ, ਇਹ ਰਾਮਚੰਦ ਸਨਾਤਨ ਹਿਸਟੋਰੀਕਲ ਰਾਜਾ ਨਹੀਂ ਹੈ। ਇਹ ਫਿਰ ਆਪਾਂ ਅੱਗੇ ਸ਼ਬਦਾਂ 'ਚ ਜਾ ਕੇ ਕਲੀਅਰ ਕਰਾਂਗੇ, ਕਿਉਂਕਿ ਸਾਰੀ ਜਿਹੜੀ ਉਸ ਸਮੇਂ ਦੀ ਜਿਹੜੀ ਇਹ ਉਸ ਸਮੇਂ ਦੀ ਲੋਕਾਈ ਸੀ, ਉਹ ਰਾਮਚੰਦ ਨੂੰ ਗੁਰੂ ਮੰਨੀ ਬੈਠੀ ਸੀ। ਔਰ ਇਹਨਾਂ ਨੇ ਗੁਰੂ ਸਾਹਿਬਾਨਾਂ ਨੇ ਚੋਟ ਮਾਰੀ ਉੱਥੇ ਕਿ ਭਾਈ ਰਾਮਚੰਦ ਬੰਦਾ ਹੈ, ਰਾਮਚੰਦ ਇਨਸਾਨ ਹੈ, ਉਹ ਰੱਬ ਨਹੀਂ ਹੈ। ਸਾਡਾ ਜਿਹੜਾ ਰਾਮਚੰਦ ਹੈ, ਸਾਡਾ ਜਿਹੜਾ ਰਾਮ ਹੈ, ਉਹ ਸਭ 'ਚ ਰਮਿਆ, ਉਹ ਸਰਬ ਵਿਆਪੀ ਹੈ। ਤਾਂ ਇੱਥੇ ਲਿਖਿਆ ਹੈ ਸਰੀ ਰਾਮਚੰਦ ਜਿਸ ਰੂਪ ਨਾ ਰੇਖਿਆ। ਰਾਮਚੰਦ ਕਿੱਦਾਂ ਕਹਿ ਲਓ ਕਿ ਜਿਹਦਾ ਕੋਈ ਰੂਪ ਹੀ ਨਹੀਂ ਹੈ, ਉਹਦਾ ਤੇ ਰੂਪ ਸੀ, ਉਸ ਰਾਮਚੰਦ ਦਾ ਰੂਪ ਸੀ। ਔਰ ਉਹਨੇ ਕੁਝ ਐਸੇ ਕੰਮ ਵੀ ਹਿਸਟਰੀ 'ਚ ਲਿਖਿਆ, ਸਨਾਤਨ ਹਿਸਟਰੀ 'ਚ ਹੀ ਹੈ, ਕਿ ਉਹਨੇ ਛੋਟੀ ਜਾਤ ਦੇ ਲੋਕਾਂ ਨੂੰ ਜਿਹੜੇ ਕੋਈ ਗੁਨਾਹ ਕਰਦੇ ਸੀ, ਉਹਨਾਂ ਨੂੰ ਮੌਤ ਦੀਆਂ ਸਜ਼ਾਵਾਂ ਵੀ ਦਿੱਤੀਆਂ। ਆਪ ਤੀਰ ਮਾਰ ਮਾਰ ਕੇ ਛੋਟੀ ਜਾਤ ਦੇ ਲੋਕਾਂ ਨੂੰ ਕਤਲ ਕੀਤਾ ਉਸ ਬੰਦੇ ਨੇ। ਹਾਂ, ਉਹ ਇੱਕ ਧਰਮੀ ਰਾਜਾ ਸੀ, ਉਹ ਨਿਆਂ ਆਪਣੀ ਮਰਜ਼ੀ ਦੇ ਅਨੁਸਾਰ, ਆਪਣੀ ਖੁਸ਼ੀ ਦੇ ਅਨੁਸਾਰ ਪੂਰਾ ਹਰੇਕ ਨੂੰ ਨਿਆਂ ਕਰਦਾ ਸੀ, ਉਹਦੇ ਗੁਣ ਵੀ ਸੀ। ਲੇਕਿਨ ਦੂਸਰੇ ਪਾਸੇ ਉਹ ਰੱਬ ਨਹੀਂ ਹੈ, ਉਹ ਪਰਮਾਤਮਾ ਨਹੀਂ ਹੈ। ਉਹ ਪਰਮਾਤਮਾ ਦਾ ਹੀ ਭੇਜਿਆ ਇੱਕ ਬੰਦਾ ਸੀ ਜਿਹੜਾ ਕਿ ਧਰਮੀ ਸੀ, ਔਰ ਉਹਦੇ ਰਾਮ ਰਾਜ ਦੇ ਵਿੱਚ ਹਰ ਇੱਕ ਨੂੰ ਪੂਰਾ ਨਿਆਂ ਮਿਲਦਾ ਸੀ। ਔਰ ਜਿਹੜਾ ਕੋਈ ਇਹ ਗੁਨਾਹ ਕਰਦਾ ਸੀ, ਕਿਉਂਕਿ ਉਹ ਸਨਾਤਨੀ ਧਰਮ ਦੇ ਆਪਣੇ ਅਸੂਲ ਸੀ ਕਿ ਛੋਟੀ ਜ਼ਾਤ ਦੇ ਕਿਸੇ ਨੇ ਜੇ ਕੋਈ ਵੱਡਾ ਗੁਨਾਹ ਕਰ ਦਿੱਤਾ ਤੇ ਉਸ ਨੂੰ ਉਹਨਾਂ ਨੇ ਮੌਤ ਦੀ ਸਜ਼ਾ ਵੀ ਦਿੱਤੀ ਹੈ। ਸੋ ਇੱਥੇ ਅਸੀਂ ਜਿਹੜੀ ਤੁਕ ਪੜ੍ਹ ਰਹੇ ਹਾਂ, ਇਹ ਗੁਰੂ ਗ੍ਰੰਥ ਸਾਹਿਬ ਬ੍ਰਹਮ ਗਿਆਨ ਦੇ ਵਿੱਚੋਂ ਮਾਰੂ ਮਹੱਲਾ 5ਵਾਂ ਪੰਨਾ 1083 ਤੇ ਹੈ ਸ਼ਬਦ। ਉਹਦੇ 'ਚ ਲਿਖਿਆ ਹੈ ਸਰੀ ਰਾਮਚੰਦ ਅਕਾਲ ਪੁਰਖ ਜਿਸ ਰੂਪ ਨਾ ਰੇਖਿਆ, ਬਨਵਾਲੀ ਚੱਕਰਪਾਣ ਦਰਸ ਅਨੂਪਿਆ। ਤੂੰ ਬੇਮਿਸਾਲ ਸਰੂਪ ਵਾਲਾ, ਰੂਪ ਤਾਂ ਉਹਦਾ ਹੈ ਨਹੀਂ, ਪਰ ਜਿਸ ਕਿਸੇ ਨੇ, ਕਿਉਂਕਿ ਅਸੀਂ ਉਹਨੂੰ ਦੇਖ ਨਹੀਂ ਸਕਦੇ, ਸੂਖਮ ਹੈ, ਉਹ ਦ੍ਰਿਸ਼ਟਮਾਨ ਨਹੀਂ ਹੈ, ਹਰੇਕ ਦੇ ਵਾਸਤੇ ਪੋਸੀਬਲ ਨਹੀਂ ਹੈ। ਪਰ ਜਿਸ ਨੇ ਮਿਹਨਤ ਕਰਕੇ ਨਾਮ ਅਭਿਆਸ ਦੇ ਨਾਲ ਬਨਵਾਲੀ ਚੱਕਰਪਾਣ ਦਰਸ ਅਨੂਪਿਆ, ਜਿਹਨੇ ਉਸ ਦਾ ਦਰਸ਼ਨ ਕੀਤਾ ਹੈ, ਉਹ ਬੇਮਿਸਾਲ ਸਰੂਪ ਦੇ ਦਰਸ਼ਨ ਕੀਤੇ ਹੈ। ਸਹਸ ਨੇਤਰ ਮੂਰਤ ਹੈ ਸਹਸਾ, ਉਹਦੀਆਂ ਹਜ਼ਾਰਾਂ ਅੱਖਾਂ ਨੇ, ਉਹਦੀਆਂ ਮੂਰਤਾਂ ਵੀ ਸੈਂਕੜੇ ਨੇ। ਇੱਕ ਦਾਤਾ ਸਭ ਹੈ, ਦਾਤਾ ਇੱਕੋ ਹੀ ਹੈ, ਸਭ ਹੈ ਮੰਗਾ, ਇਹ ਉਹਦੀ ਵਡਿਆਈ ਹੈ। ਇਹ ਆਪਾਂ ਅੱਗੇ ਜਾ ਕੇ ਸ਼ਬਦਾਂ ਦੇ ਵਿੱਚ ਇਹ ਚੀਜ਼ਾਂ ਵਿਚਾਰਨੀਆਂ ਨੇ। ਤਾਂ ਕਰਕੇ ਇਹ ਸ਼ਬਦ ਜਿਹੜਾ ਸਰੀ ਹੈ, ਇਹ ਕਲੀਅਰ ਕਰਨਾ ਜ਼ਰੂਰੀ ਹੈ। ਅੱਜ ਤੱਕ ਕੋਈ ਵੀ ਪ੍ਰਚਾਰਕ, ਕੋਈ ਵੀ ਵਿਦਵਾਨ ਇਸ ਚੀਜ਼ ਨੂੰ ਕਲੀਅਰ ਨਹੀਂ ਕਰ ਸਕਿਆ ਕਿ ਸਰੀ ਤੇ ਸਿਰੀ ਦੇ ਵਿੱਚ ਕੀ ਫਰਕ ਹੈ। ਹੁਣ ਇਹ ਹੋ ਗਿਆ ਸਰੀਰ ਜਿਹੜਾ ਸਰਬ ਵਿਆਪੀ ਹੈ। ਗੁਰਬਾਣੀ ਪੜ੍ਹਨ ਲੱਗਿਆ ਬੜਾ ਧਿਆਨ ਰੱਖਣਾ ਇਸ ਚੀਜ਼ ਦਾ ਸਾਰਿਆਂ ਨੇ। ਫਿਰ ਇਹ ਜਿਹੜੇ ਮੀਨਿੰਗ ਨੇ ਇਹ ਸਮਝ ਆਉਣੇ ਸ਼ੁਰੂ ਹੋਣਗੇ ਜੇਕਰ ਸਾਨੂੰ ਲਫ਼ਜ਼ ਦੀ ਸਹੀ ਪਛਾਣ ਹੋਊ। ਦੂਸਰਾ ਲਫ਼ਜ਼ ਹੈ ਸਿਰੀ। ਸਨਾਤਨ ਧਰਮ, ਫਿਰ ਆਪਾਂ ਉਧਰ ਜਾਵਾਂਗੇ ਕਿਉਂਕਿ ਆਪਣੀ ਪਿਛੋਕੜ ਉੱਥੇ ਹੈ, ਆਪਾਂ ਉਹਨੂੰ ਮੰਨਣਾ ਨਹੀਂ ਹੈ, ਲੇਕਿਨ ਪ੍ਰਭਾਵ ਸਾਡਾ, ਉਸ ਸਨਾਤਨ ਦਾ ਪ੍ਰਭਾਵ ਸਾਡੇ ਤੇ ਅੱਜ ਤੱਕ ਹੈ, ਕਿਉਂਕਿ ਸਾਡੀ ਬੈਕਗਰਾਉਂਡ ਕਲਚਰ ਦੇ ਵਿੱਚ ਉਹ ਸਮਾਇਆ ਹੋਇਆ, ਬੁਰੀ ਤਰ੍ਹਾਂ ਸਮਾਇਆ ਹੋਇਆ। ਔਰ ਅਸੀਂ ਇਸ ਚੀਜ਼ ਚੋਂ ਗੁਰਬਾਣੀ ਗੁਰੂ ਦੀ ਹੈਲਪ ਲੈ ਕੇ, ਮਦਦ ਦੇ ਨਾਲ, ਬ੍ਰਹਮ ਗਿਆਨ ਦੀ ਮਦਦ ਦੇ ਨਾਲ ਅਸੀਂ ਇਸ ਚੋਂ ਬਾਹਰ ਨਿਕਲਣਾ। ਹੁਣ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚ ਪਹਿਲਾ ਰਾਗ ਆਉਂਦਾ, ਉਹਨੂੰ ਲਿਖਿਆ ਸਿਰੀ ਰਾਗ। ਸਿਰੀ ਰਾਗ ਉੱਥੇ ਪੜ੍ਹਨਾ ਸਿਰੀ, ਬਿਕੋਜ਼ ਇਹ ਪ੍ਰਥਮ ਹੈ, ਇਹ ਪਹਿਲਾ ਹੈ। ਸਿਰੀ ਮੈਨੇ, ਜਿੱਦਾਂ ਸਨਾਤਨੀ ਦੇ ਵਿੱਚ ਕਹਿੰਦੇ ਸੀ, ਆਓ ਜੀ ਆਪਾਂ ਇਸ ਚੀਜ਼ ਦਾ ਅੱਜ ਸ਼੍ਰੀ ਗਣੇਸ਼ ਕਰਨਾ, ਸੋ ਉਹ ਮਤਲਬ ਸ਼ੁਰੂਆਤ ਕਰਨੀ ਆ ਉਹਦੀ। ਸੋ ਇਹ ਅੱਖਰ ਸਾਡੇ ਵਿਚਾਰ ਦੇ ਵਿੱਚ ਆਇਆ, ਮੈਂ ਆਪ ਜੀ ਦੇ ਸਨਮੁਖ ਰੱਖ ਰਿਹਾ, ਕਿਉਂਕਿ ਬਹੁਤ ਵਾਰੀ ਆਉਣਾ ਗੁਰੂ ਗ੍ਰੰਥ ਸਾਹਿਬ 'ਚ, ਕਈ ਥਾਂ ਤੇ ਆਉਣਾ।
ਇਸ ਕਰਕੇ ਮੈਂ ਇਸ ਸਿਰੀ ਦਾ ਜਿੱਥੇ ਉਚਾਰਨ ਕਰਨਾ, ਸਪੈਲਿੰਗ ਦੋਨਾਂ ਦੇ ਇੱਕੋ ਹੋਣਗੇ, ਲੇਕਿਨ ਜਿੱਥੇ ਕਿਤੇ ਅਕਾਲ ਪੁਰਖ ਦੀ ਅੱਗੇ ਵਡਿਆਈ ਆਏਗੀ ਉੱਥੇ ਆਪਾਂ ਸਰੀ ਪੜ੍ਹਨਾ ਹੈ। ਇਹਨੂੰ ਸਰੀ ਦਾ ਮਤਲਬ ਹੈ ਸਰਬ ਵਿਆਪੀ। ਜਦੋਂ ਆਪਾਂ ਇਹਨੂੰ ਸਿਰੀ ਕਵਾਂਗੇ, ਸਿਰੀ ਰਾਗ, ਉਹਦਾ ਮਤਲਬ ਹੈ ਪ੍ਰਥਮ ਰਾਗ। ਹੁਣ ਮੈਂ ਇਹਦੀਆਂ ਐਗਜ਼ਾਮਪਲਸ ਆਪ ਜੀ ਨੂੰ ਦਿੰਦਾ। ਹੁਣ ਦੇਖੋ ਲਿਖਿਆ, ਸ੍ਰੀ ਰੰਗ ਰਾਤੀ ਫਿਰੇ ਮਾਤੀ ਉਦਕ ਗੰਗਾ ਵਾਣੀ। ਹੁਣ ਇਹ ਸ਼੍ਰੀ ਰੰਗ ਜਿਹੜਾ ਹੈ ਇਹ ਅਕਾਲ ਪੁਰਖ ਦਾ ਨਾਮ ਹੈ, ਸ਼੍ਰੀ ਰੰਗ। ਉੱਥੇ ਆਪਾਂ ਪੜ੍ਹਨਾ ਹੈ ਸਰੀ ਰੰਗ। ਸਰੀ ਰੰਗ ਅਕਾਲ ਪੁਰਖ ਦਾ ਨਾਮ ਹੈ ਜਿਹੜਾ ਸਰਬ ਵਿਆਪੀ ਹੈ, ਹਰ ਰੰਗ ਦੇ ਵਿੱਚ ਹੈ। ਉਹਦੇ ਮੈਂ ਪਿੱਛੇ ਦੱਸ ਕੇ ਹਟਿਆ ਵੀ ਉਹਦੇ ਰੂਪ ਵੀ ਅਨੇਕਾਂ ਨੇ, ਕਰੋੜਾਂ ਉਹਦੀਆਂ ਨੇਤਰਾਂ ਨੇ। ਸੋ ਇਹ ਆਪਾਂ ਸੂਖਮ ਰੂਪ ਦੇ ਵਿੱਚ ਆਪਾਂ ਗੱਲ ਕਰਾਂਗੇ, ਕਿਉਂਕਿ ਸਰੀਰ ਰੂਪ ਦੇ ਵਿੱਚ ਤੇ ਹੈ ਹੀ ਨਹੀਂ ਹੈ। ਜੇ ਮੈਂ ਪਹਿਲਾਂ ਵੀ ਸ਼ੁਰੂ ਤੋਂ ਦੱਸਦਾ ਆ ਰਿਹਾ, ਜੇ ਪ੍ਰਮਾਤਮਾ ਨੂੰ ਕਿਸੇ ਦੇਹ ਰੂਪ ਦੇ ਵਿੱਚ ਮੰਨ ਲਿਆ, ਜਾਂ ਤੁਸੀਂ ਏਦਾਂ ਸੋਚਿਆ ਵੀ ਪ੍ਰਮਾਤਮਾ ਕਿਸ ਦਿਨ ਸਾਡੇ ਸਾਹਮਣੇ ਖੜਾ ਹੋਊ, ਸਾਡੇ ਨਾਲ ਹੱਥ ਮਿਲਾਊ, ਸਾਨੂੰ ਜੱਫੀ ਪਾਊ, ਉੱਥੇ ਟਪਲਾ ਖਾ ਜਾਓਗੇ। ਇਹ ਇਸ ਤਰ੍ਹਾਂ ਨਹੀਂ ਹੋਣਾ ਕਦੇ ਵੀ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੇ। ਜੇ ਕੋਈ ਕਹਿੰਦਾ ਤੇ ਉਹ ਝੂਠ ਹੈ, ਕਿਉਂਕਿ ਬ੍ਰਹਮ ਗਿਆਨ ਦੇ ਵਿੱਚ ਇਹ ਅਸੀਂ ਕਿਤੇ ਨਹੀਂ ਲੱਭਿਆ। ਜੇਕਰ ਪ੍ਰਮਾਤਮਾ ਮਿਲਣਾ ਹੈ, ਉਹ ਅੰਦਰ ਨਾਮ ਅਭਿਆਸ ਦੇ ਨਾਲ ਉਹਦੇ ਗੁਣ ਪਹਿਲਾਂ ਅੰਦਰ ਵਰਤਣੇ ਸ਼ੁਰੂ ਹੋਣੇ ਆ ਸਾਡੇ ਐਸੇ ਘਰ ਦੇ ਵਿੱਚ, ਸਰੀਰ ਦੇ ਵਿੱਚ, ਤੇ ਸੂਖਮ ਰੂਪ ਦੇ ਵਿੱਚ ਅਸੀਂ ਉਹਦੇ ਦਰਸ਼ਨ ਕਰਨੇ ਨੇ, ਉਸ ਪਾਵਰ ਦੇ, ਉਸ ਸ਼ਕਤੀ ਦੇ ਦਰਸ਼ਨ ਕਰਨੇ ਨੇ। ਹਰ ਰੂਹ ਆਪਣਾ ਸਫ਼ਰ ਤੈਅ ਕਰ ਰਹੀ ਹੈ। ਮੇਰੇ, ਤੁਹਾਡੇ, ਕਿਸੇ ਤੀਸਰੇ ਚੌਥੇ ਚ ਹਰ ਰੂਹ ਦਾ ਆਪਣਾ ਇੱਕ ਵੱਖਰਾ ਸਫ਼ਰ ਹੈ, ਵੱਖਰੀ ਜਰਨੀ ਹੈ। ਔਰ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਕਿਸ ਤਰ੍ਹਾਂ ਉਸ ਦਾ ਪਰਮਾਤਮਾ ਦੇ ਨਾਲ ਮਿਲਾਪ ਹੋਣਾ ਹੈ, ਕਿੱਦਾਂ ਹੋਣਾ, ਕਦੋਂ ਹੋਣਾ, ਇਹਦੇ ਬਾਰੇ ਕੋਈ ਆਪਾਂ ਪ੍ਰੈਡਿਕਸ਼ਨ ਨਹੀਂ ਕਰ ਸਕਦੇ, ਦੱਸ ਨਹੀਂ ਸਕਦੇ, ਕੋਈ ਵਿਆਖਿਆ ਨਹੀਂ ਕੀਤੀ ਜਾ ਸਕਦੀ। ਇਹ ਵੀ ਆਪਾਂ ਚੀਜ਼ਾਂ ਸ਼ਬਦਾਂ ਦੇ ਵਿੱਚੋਂ ਹੀ ਕੱਢਾਂਗੇ। ਇਸੇ ਕਰਕੇ ਸਾਡੇ ਗੁਰੂ ਸਾਹਿਬ ਵੀ ਉਸ ਕਰਤੇ ਪੁਰਖ ਨੂੰ ਬੇਸ਼ੁਮਾਰ ਕਹਿੰਦੇ ਨੇ, ਬੇਅੰਤ ਕਹਿੰਦੇ ਨੇ, ਜਿਹਦਾ ਕੋਈ ਅੰਤ ਹੀ ਨਹੀਂ। ਅੱਛਾ, ਹੁਣ ਜਦੋਂ ਤੁਸੀਂ ਪਾਠ ਕਰਨਾ ਹੈ, ਇਹ ਸ਼੍ਰੀ ਸਰੀ ਰੰਗ ਪੜ੍ਹਨਾ। ਸਰੀ ਰੰਗ ਰਾਤੀ ਫਿਰੇ ਮਾਤੀ ਉਦਕ ਗੰਗਾ ਵਾਣੀ, ਬਿਨਵੰਤ ਨਾਨਕ ਦਾਸ ਹਰ ਕਾ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ। ਇਹ ਚੀਜ਼ਾਂ ਯਾਦ ਰੱਖਣੀਆਂ ਨੇ। ਅੱਛਾ, ਹੁਣ ਅੱਗੇ ਹੋਰ ਆਪਾਂ ਇੱਕ ਤੁਕ ਲੈਂਦੇ ਆ ਭਗਤ ਕਬੀਰ ਜੀ ਦੀ। ਉਹ ਕਹਿੰਦੇ ਕਹੋ ਗੁਰ ਗਜ ਸਿਵ ਸਭ ਕੋ ਜਾਣੈ, ਮੋਆ ਕਬੀਰ ਰਮਤ ਸਰੀ ਰਾਮੈ। ਜਿਹੜਾ ਸਰਬ ਵਿਆਪੀ ਆ, ਉੱਥੇ ਸ਼੍ਰੀ ਰਾਮੈ ਨਹੀਂ ਪੜ੍ਹਨਾ। ਸ਼੍ਰੀ ਰਾਮੈ ਦਾ ਜੇ ਸ਼੍ਰੀ ਪੜ੍ਹਨੋਗੇ ਤੇ ਅਰਥ ਦਾ ਅਨਰਥ ਹੋ ਜਾਊਗਾ। ਸ਼੍ਰੀ ਰਾਮੈ ਮਤਲਬ ਪਹਿਲਾ ਰਾਮ ਕਿਹੜਾ, ਇਹਦਾ ਮਤਲਬ ਕੋਈ ਦੂਸਰਾ ਰਾਮ ਵੀ ਹੈ। ਅਸੀਂ ਤੇ ਗੱਲ ਕਰਨੀ ਹੈ ਇੱਕ ਦੀ, ਜਿੱਥੋਂ ਸਾਡਾ ਬ੍ਰਹਮ ਗਿਆਨ ਸ਼ੁਰੂ ਹੁੰਦਾ ਹੈ। ਇੱਕ, ਕੇਵਲ ਇੱਕ, ਦੂਸਰੀ ਗੱਲ ਹੀ ਕੋਈ ਨਹੀਂ। ਹੁਣੇ ਸ਼ਬਦਾਂ 'ਚ ਪਟਾਕੇ ਪੈਣੇ ਅੱਗੇ। ਆਪਾਂ ਸ਼ਬਦ ਸ਼ੁਰੂ ਕਰਨਾ, ਜੈ ਕਰ ਕੀਰਤ ਆਖੀਐ, ਇਹ ਸਾਰੀਆਂ ਚੀਜ਼ਾਂ ਉੱਥੇ ਆਉਣੀਆਂ ਨੇ। ਅੱਛਾ, ਇਹ ਤੋਕ ਇੱਕ ਵਾਰੀ ਫੇਰ ਸੁਣੋ। ਕਹੋ ਗੁਰ ਗਜ ਸਿਵ ਸਭ ਕੋ ਜਾਣੈ, ਮੋਆ ਕਬੀਰ ਰਮਤ ਸਰੀ ਰਾਮੈ। ਠੀਕ ਹੈ, ਸਰੀ ਰਾਮ ਜਿਹੜਾ ਸਰਬ ਵਿਆਪੀ ਅਕਾਲ ਪੁਰਖ ਹੈ। ਫਿਰ ਬੜੀ ਵਾਰੀ ਅਸੀਂ ਰਿਪੀਟ ਕਰਦੇ ਹਾਂ ਇਹ ਮਹੱਲੇ ਪੰਜਵੇਂ ਦੀ ਬਾਣੀ, ਸ਼ਲੋਕ 1 ਓ ਸਤਿਗੁਰ ਪ੍ਰਸਾਦ। ਆਦ ਗੁਰੇ ਨਮః, ਜੁਗਾਦ ਗੁਰੇ ਨਮః, ਸਤਿਗੁਰ ਹੈ ਨਮః, ਸਰੀ ਗੁਰਦੇਵ ਏ ਨਮః। ਸਰੀ ਪੜ੍ਹਨਾ, ਜਿਹੜਾ ਗੁਰਦੇਵ, ਜਿਹੜਾ ਅਕਾਲ ਪੁਰਖ ਸਰਬ ਵਿਆਪੀ ਹੈ। ਸੋ ਇਹ ਚੀਜ਼ ਆਪ ਜੀ ਨੇ ਨੋਟ ਕਰ ਲੈਣੀ, ਯਾਦ ਰੱਖਣੀ ਹੈ। ਬਹੁਤ ਵਾਰੀ ਬਾਣੀ 'ਚ ਅੱਗੇ ਬ੍ਰਹਮ ਗਿਆਨ 'ਚ ਇਹ ਚੀਜ਼ ਰਿਪੀਟ ਹੋਣ ਵਾਲੀ ਹੈ। ਅਸੀਂ ਫਿਰ ਉੱਥੇ ਥੋੜਾ ਜ਼ਿਕਰ ਕਰਕੇ ਆਪਾਂ ਫਿਰ ਇਹ ਅੱਗੇ ਚੱਲਿਆ ਕਰਾਂਗੇ। ਹਾਂਜੀ, ਹੁਣ ਆਪਾਂ ਅੱਛਾ, ਦੂਸਰਾ ਲਫ਼ਜ਼ ਸੱਚ, ਹਾਂਜੀ, ਦੂਸਰਾ ਲਫ਼ਜ਼ ਮੈਂ ਕਿਹਾ ਸੀ, ਇਹ ਕੋ ਪਾਠ ਦੀ ਸੰਥਿਆ ਦਿੰਦੇ ਨੇ ਸਿੰਘ, ਬਹੁਤ ਵਧੀਆ ਕੰਮ ਕਰ ਰਹੇ ਨੇ। ਉਹਦੇ 'ਚ ਸਾਡੇ ਘਰ ਉਹ ਮੇਰੇ ਵਾਈਫ ਪਾਠ ਸੁਣ ਰਹੇ ਸੀ, ਉਹ ਵੀ ਸ਼ਾਮਲ ਨੇ ਉੱਥੇ। ਤੇ ਉੱਥੇ ਸ਼ਬਦ ਇੱਕ ਦਿਨ ਆਇਆ, ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜੀਓ। ਬੜਾ ਸ਼ਬਦ, ਬੜਾ ਮਕਬੂਲ
ਸ਼ਬਦ ਹੈ ਇਹ ਸਭ ਤੋਂ ਪਹਿਲਾਂ ਸਾਡੇ ਪਟਿਆਲੇ ਬੜੇ ਮਕਬੂਲ ਰਾਗੀ ਸਿੰਘ ਹੋਏ ਨੇ, ਭਾਈ ਬਖਸ਼ੀਸ਼ ਸਿੰਘ ਜੀ। ਦਰਬਾਰ ਸਾਹਿਬ ਦੇ ਵੀ ਉਹਨਾਂ ਨੇ ਉੱਥੇ ਬੜੀ ਸੇਵਾ ਕੀਤੀ ਹੈ, ਬੜੇ ਰਾਗਾਂ ਦੇ ਬਹੁਤ ਧਨੀ ਸੀ, ਪਰ ਕਿਸੇ ਕਾਰਨ ਕਰਕੇ, ਮੂਰਖਤਾ ਕਰਕੇ ਜਿਹੜਾ ਪੰਜਾਬ 'ਚ ਮਾੜਾ ਦਹਾਕਾ ਚੱਲਿਆ ਉਦੋਂ 85 86 78 ਤੋਂ 84 ਤੋਂ ਲੈ ਕੇ 95 ਤੱਕ, ਉਸ ਟਾਈਮ ਦੇ ਵਿੱਚ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਪਟਿਆਲੇ। ਔਰ ਸਾਡਾ ਪਰਿਵਾਰ ਦਾ ਬੜਾ ਪਿਆਰ ਸੀ ਉਹਨਾਂ ਦੇ ਨਾਲ। ਉਹਨਾਂ ਨੇ ਸ਼ਬਦ ਪੜ੍ਹਨਾ ਬਹੁਤ ਮਕਬੂਲ ਕੀਤਾ। ਸ਼ਬਦ ਹੈ, ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ। ਉਸ ਸ਼ਬਦ 'ਚ ਮੈਂ ਥੋੜਾ ਜ਼ਿਕਰ ਕਰੂੰਗਾ ਇਸ ਸ਼ਬਦ ਦਾ। ਉਸ ਸ਼ਬਦ 'ਚ ਆਉਂਦਾ ਹੈ, ਭੂਲੀ ਮਾਲਨੀ ਹੈ ਏਓ ਸਤਿਗੁਰ ਜਾਗਤਾ ਹੈ ਦੇਓ। ਅੱਛਾ, ਗੱਲ ਮੈਂ ਕੀ ਕਰਨੀ ਹੈ ਕਿ ਉਹਨਾਂ ਨੇ, ਭਾਈ ਬਖਸ਼ੀਸ਼ ਸਿੰਘ ਜੀ ਨੇ ਸ਼ਬਦ ਪੜ੍ਹਿਆ, ਬਹੁਤ ਮਕਬੂਲ ਹੋਇਆ। ਉਹਨਾਂ ਨੇ ਏਦਾਂ ਹੀ ਪੜ੍ਹਿਆ, ਭੂਲੀ ਮਾਲਨੀ ਹੈ ਏਓ ਸਤਿਗੁਰ ਜਾਗਤਾ ਹੈ ਦੇਓ। ਅੱਛਾ ਠੀਕ ਹੈ, ਕੋਈ ਗੱਲ ਨਹੀਂ। ਅੱਛਾ, ਇਹ ਹੁਣ ਸੰਥਿਆ ਦੀ ਮੈਂ ਗੱਲ ਕਰਦਾ। ਉਹ ਸੰਥਿਆ 'ਚ ਆਉਂਦੇ ਆਉਂਦੇ ਉਹਨਾਂ ਨੇ ਵੀ, ਭਾਈ ਸਾਹਿਬਾਂ ਨੇ ਵੀ ਇਹ ਉਚਾਰਨ ਕੀਤਾ। ਮੈਂ ਇੱਥੇ ਕਮਰੇ 'ਚ ਬੈਠਾ ਸੀ, ਮੇਰੇ ਘਰੋਂ ਮੇਰੇ ਸਿੰਘਣੀ ਸਾਹਿਬ ਉਹ ਬਾਹਰ ਸੁਣ ਰਹੇ ਸੀ ਪਾਠ, ਤੇ ਮੇਰੇ ਕੰਨੀ ਗੱਲ ਪਈ ਹੈ। ਉਹਨਾਂ ਨੇ ਕਿਹਾ ਜੀ ਏਓ ਪੜ੍ਹਨਾ, ਏਓ। ਸੋ ਮੈਂ ਇਹ ਵੀ ਕਲੀਅਰ ਕਰਦਾ, ਕਈ ਆਪਣੇ ਸੰਗਤ 'ਚੋਂ ਵੀ ਸ਼ਾਮਲ ਹੋਣਗੇ ਉਸ ਪਾਠ 'ਚ ਜਾਂ ਗਾਂ ਵੀ ਹੋਣਗੇ। ਏਓ ਗੁਰਮੁਖੀ ਲੈਂਗੁਏਜ ਦਾ ਕੋਈ ਅੱਖਰ ਨਹੀਂ ਹੈ। ਏਓ ਕੋਈ ਅੱਖਰ ਨਹੀਂ ਹੈ, ਇਹਦਾ ਉਚਾਰਨ ਏਓ ਨਹੀਂ ਹੈ, ਇਹਦਾ ਉਚਾਰਨ ਹੈ ਏਓ। ਇਹ ਕਈ ਡਾਇਲੈਕਟ ਐਕਸੈਂਟ ਜਿਹਨੂੰ ਅਸੀਂ ਕਹਿੰਦੇ ਆ, ਪੰਜਾਬ ਦੇ ਬਹੁਤ ਸਾਰੇ ਐਕਸੈਂਟ ਨੇ। ਜਿੱਥੇ ਜਿੱਥੇ ਜ਼ਿਲ੍ਹਾ ਚੇਂਜ ਹੁੰਦਾ ਉੱਥੇ ਉੱਥੇ ਐਕਸੈਂਟ ਚੇਂਜ ਹੁੰਦਾ। ਆਪਾਂ ਕਹਿੰਦੇ ਆ ਕਿ ਮੈਂ ਆਪਣੇ ਦੋਸਤ ਦੇ ਨਾਲ ਨਾਲ ਤੁਰਿਆ ਜਾਂਦਾ ਸੀ। ਸਾਡੇ ਮਾਲਵੇ ਪਟਿਆਲੇ 'ਚ ਕਹਿੰਦੇ ਆ, ਮੈਂ ਮਾਰੇ ਮਿੱਤਰ ਕੇ ਗੈਲ ਗੈਲ ਤੁਰਿਆ ਜਾਵੇਂ ਥਾ। ਠੀਕ ਹੈ, ਇਹ ਬੋਲੀ ਹੈ, ਇਹ ਡਾਇਲੈਕਟ ਹੈ, ਇਹ ਇੱਕ ਪੁਆਧ ਦੀ ਬੋਲੀ ਹੈ, ਬੜੀ ਮਿੱਠੀ ਬੋਲੀ ਹੈ, ਬੜਾ ਘੱਟ ਮਕਬੂਲ ਹੈ ਉਹ ਡਾਇਲੈਕਟ ਪੁਆਧ। ਇਹ ਉਧਰ ਏਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਇਹ ਲਫ਼ਜ਼ ਇਹਨੂੰ ਪੜ੍ਹਨਾ ਹੈ, ਭੂਲੀ ਮਾਲਨੀ ਹੈ ਏਓ। ਇਹ ਕੰਮ ਆਪਾਂ ਇਉਂ ਕਰ ਲਈਏ, ਇਉਂ ਦਾ ਮਤਲਬ ਹੈ ਇਸ ਤਰ੍ਹਾਂ। ਸੋ ਇਹਨੂੰ ਏਓ ਨਹੀਂ ਪੜ੍ਹਨਾ, ਬਿਕੋਜ਼ ਏਓ ਕੋਈ ਪੰਜਾਬੀ ਲੈਂਗੁਏਜ ਦਾ ਜਾਂ ਗੁਰਮੁਖੀ ਦਾ ਲਫ਼ਜ਼ ਹੀ ਨਹੀਂ ਹੈ, ਡਿਕਸ਼ਨਰੀ ਦਾ, ਜ਼ੀਰੋ। ਇਹ ਉਚਾਰਨ ਗਲਤ ਹੋ ਜਾਊਗਾ। ਜਦੋਂ ਹੁਣ ਇਹਨੂੰ ਪੜਾਂਗੇ, ਭੂਲੀ ਮਾਲਨੀ ਹੈ ਏਓ, ਏਦਾਂ ਮਾਲਣ ਭੁੱਲੀ ਹੋਈ ਹੈ, ਕਿਦਾਂ? ਸਤਿਗੁਰ ਜਾਗਤਾ ਹੈ ਦਿਓ। ਉਹਨੂੰ ਤੇ ਪਤਾ ਹੀ ਨਹੀਂ ਵੀ ਸਤਿਗੁਰ ਜਾਗਤਾ ਦਿਓ। ਸੋ ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ। ਇਹ ਛੋਟੀਆਂ ਛੋਟੀਆਂ ਚੀਜ਼ਾਂ ਆਪਾਂ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਪੜ੍ਹ ਕੇ, ਨਾਮ ਜਪ ਕੇ ਇਹ ਚੀਜ਼ਾਂ ਸਾਰੀਆਂ ਕਲੀਅਰ ਕਰਦੇ ਜਾਣਾ। ਇਹਦੇ ਬਾਰੇ ਕੋਈ ਕਿਸੇ ਨੂੰ ਪਤਾ ਨਹੀਂ ਵੀ ਕਦੋਂ ਇਹ ਸਮਾਪਤੀ ਹੋ ਜਾਣੀ, ਕਿਸੇ ਨੂੰ ਕਦੋਂ ਹੁਕਮ ਆ ਜਾਣਾ ਜਾਣ ਦਾ ਅੱਗੇ ਦਰਗਾਹ 'ਚ, ਕੋਈ ਪਤਾ ਨਹੀਂ ਹੈ। ਆਪਾਂ ਨਹੀਂ ਕਹਿ ਸਕਦੇ ਕਿ ਆਪਾਂ ਸਾਰਾ ਗੁਰੂ ਗ੍ਰੰਥ ਸਾਹਿਬ ਪੂਰਾ ਕਰਨਾ, ਪਰ ਹਾਂ ਜਿੰਨਾ ਜਿੰਨਾ ਸਮਾਂ ਮਿਲਦਾ ਇੱਥੇ, ਪਤਾ ਨਹੀਂ ਕਿੰਨਾ ਕੁ ਹੋਣਾ ਗਾਂ ਵੀ ਕਿੱਦਾਂ ਦਾ ਸਮਾਂ, ਆਈ ਡੋਂਟ ਨੋ। ਇਹ ਆਪਾਂ ਜਿੰਨਾ ਵੀ ਬਾਣੀ ਸਾਡੇ ਸਾਹਮਣੇ ਆਊਗਾ ਬ੍ਰਹਮ ਗਿਆਨ, ਆਪਾਂ ਉਹਨੂੰ ਖੋਲਦੇ ਜਾਣਾ, ਔਰ ਉਹਨੂੰ ਹਰ ਥਾਂ ਦੇ ਉੱਤੇ ਫਿਰ ਉਦਾਂ ਹੀ ਖੋਲਣਾ ਤੁਸੀਂ ਜਾ ਕੇ। ਜਿੱਦਾਂ ਮੈਂ ਤੁਹਾਨੂੰ ਸਿਰੀ ਦਾ ਤੇ ਸਰੀ ਦਾ ਭੇਦ ਗੱਲ ਕੀਤੀ ਹੈ ਗੁਰਮੁਖਾਂ ਨਾਲ ਵਿਚਾਰ ਕਰਕੇ, ਸੋ ਇਦਾਂ ਹੀ ਇਹਨੂੰ ਹਰ ਥਾਂ ਤੇ ਖੋਲਣਾ। ਸੋ ਇਹ ਲਫ਼ਜ਼ ਏਓ ਨਹੀਂ ਹੈ, ਇਹਨੂੰ ਪੜ੍ਹਨਾ ਭੂਲੀ ਮਾਲਨੀ ਹੈ ਏਓ ਸਤਿਗੁਰ ਜਾਗਤਾ ਹੈ ਦਿਓ। ਵੀ ਮਾਲਣ ਏਦਾਂ ਭੁੱਲੀ ਗਈ, ਏਦਾਂ ਭੁੱਲੀ ਕਿੱਦਾਂ? ਅੱਗੇ ਇੱਕ ਸਵਾਲ ਆਉਂਦਾ, ਕਿੱਦਾਂ? ਕਹਿੰਦੇ ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜੀਓ। ਕਹਿੰਦੇ ਪੱਤੀਆਂ ਤੋੜਦੀ ਆ, ਫੁੱਲ ਤੋੜਦੀ ਆ, ਪਰ ਪੱਤੀ ਪੱਤੀ 'ਚ ਜਾਨ ਹੈ, ਉਹਨੂੰ ਇਹ ਨਹੀਂ ਪਤਾ। ਪਰ ਕਹਿੰਦੇ ਜਿਸ ਪਾਹਨ ਕੋ ਪਾਤੀ ਤੋਰੈ, ਜਿਹੜੇ ਪੱਥਰ ਤੇ ਚੜਾਉਣ ਵਾਸਤੇ ਉਹ ਪਾਤੀ, ਜਿਹੜੀ ਜੀਵਤ ਪਾਤੀ ਆ, ਉਹ ਤੋੜ ਕੇ ਲੈ ਕੇ ਜਾ ਰਹੀ ਹੈ, ਉਹ ਪੱਥਰ ਨਿਰਜੀਵ ਹੈ, ਉਹਦੇ 'ਚ ਜਾਨ ਹੀ ਹੈ ਨਹੀਂ, ਕੱਖ ਵੀ ਨਹੀਂ ਹੈ ਉਹਦੇ 'ਚ। ਸੋ ਇਹ ਸ਼ਬਦ ਆਪਾਂ ਗਾਂ ਜਾ ਕੇ ਖੋਲਾਂਗੇ। ਮੈਂ ਇੰਨਾ ਕੁ ਲਫ਼ਜ਼ ਕਲੀਅਰ ਕੀਤਾ ਏਓ ਦਾ। ਅੱਜ ਦੋ ਲਫ਼ਜ਼ ਸਾਡੇ ਸਾਹਮਣੇ ਆ ਗਏ। ਸਾਰੇ ਗੁਰੂ ਗ੍ਰੰਥ ਸਾਹਿਬ 'ਚ ਇਹਨਾਂ ਦਾ ਇਹੋ ਡਿਸਿਪਲਿਨ ਚੱਲਣਾ, ਏਓ ਪੜ੍ਹਨਾ, ਏਓ ਲਫ਼ਜ਼ ਨਹੀਂ ਹੈ ਕੋਈ। ਤੇ ਦੂਸਰਾ, ਇੱਕ ਸਰੀ ਦਾ ਤੇ ਇੱਕ ਸਿਰੀ ਦਾ ਫਰਕ ਜਿਹੜਾ, ਇਹ ਆਪ ਜੀ ਨੇ ਧਿਆਨ 'ਚ ਚੀਜ਼ ਰੱਖਣੀ। ਆਓ ਜੀ, ਹੁਣ ਆਪਾਂ ਸ਼ੁਰੂਆਤ ਕਰਨੀ ਆ। ਆਪਾਂ ਪਿਛਲੇ ਹਫ਼ਤੇ ਇਹ ਸ਼ਬਦ ਦੀ ਵਿਚਾਰ ਕੀਤੀ ਸੀ
ਇਹ ਦੱਸਦੀ ਹੈ ਬੜੇ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੇਜ ਨੰਬਰ ਪੰਨਾ ਨੰਬਰ 12 ਦੇ ਉੱਤੇ ਇਹ ਬਾਣੀ ਸ਼ੁਰੂ ਹੁੰਦੀ ਹੈ। ਇਹਦਾ ਨਾਂ ਰੱਖਿਆ ਸੋਹਿਲਾ। ਸਕਰੀਨ ਤੇ ਸਾਰੇ ਦਰਸ਼ਨ ਕਰ ਸਕਦੇ ਹੋ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇਹ ਸ਼ਬਦ ਸਾਰੇ ਜਿੰਨੇ ਸ਼ਬਦ ਆਉਣਗੇ ਮਹੱਲੇ ਪਹਿਲੇ ਦੇ, ਮਹੱਲੇ ਚੌਥੇ ਦੇ, ਮਹੱਲੇ ਪੰਜਵੇਂ ਦੇ ਇਸ ਬਾਣੀ ਦੇ ਵਿੱਚ, ਇਹ ਸ਼ਬਦ ਅੰਦਰ ਵੀ ਰਿਪੀਟ ਹੋਏ ਨੇ। ਪਰ ਇਹ ਕੋਈ ਕਾਰਨ ਹੋਊਗਾ, ਇਹ ਸ਼ਬਦ ਇੰਪੋਰਟੈਂਟ ਹੋਣਗੇ ਕਿ ਇਹਨਾਂ ਗੁਰੂ ਅਰਜਨ ਪਾਤਸ਼ਾਹ ਨੇ ਇਹ ਸ਼ਬਦ ਸਾਰੇ ਕੱਢ ਕੇ ਅੰਦਰੋਂ ਇਸ ਤਰਕੀਬ ਦੇ ਵਿੱਚ ਜੋੜੇ ਹੈ ਕਿ ਇਹਨਾਂ ਨੂੰ ਪਹਿਲਾਂ ਕਲੈਕਟ ਕਰਕੇ ਸੋਹਿਲਾ ਬਾਣੀ ਦਾ ਨਾਮ ਦੇ ਕੇ ਇਹਨਾਂ ਨੂੰ ਸ਼ੁਰੂਆਤ ਵਿੱਚ ਰੱਖਿਆ। ਇਹ ਅਵਸ਼ ਤੌਰ ਤੇ ਇਹ ਸ਼ਬਦ ਬੜੇ ਬ੍ਰਹਮ ਗਿਆਨ ਬੜਾ ਇੰਪੋਰਟੈਂਟ ਹੋਊਗਾ। ਹਾਂਜੀ, ਇਹ ਸ਼ਬਦ ਦੇਖੋ ਕਿ ਦੋ ਵਾਰੀ ਰਿਪੀਟ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਥੋੜਾ ਬਹੁਤ ਕਿਤੇ ਨਾ ਕਿਤੇ ਸਪੈਲਿੰਗਸ ਦਾ ਵੀ ਫਰਕ ਆਉਂਦਾ, ਲੇਕਿਨ ਮੀਨਿੰਗਸ ਦਾ ਕੋਈ ਫਰਕ ਨਹੀਂ ਚੇਂਜ ਹੁੰਦਾ, ਕੋਈ ਤਬਦੀਲੀ ਨਹੀਂ ਮੀਨਿੰਗ ਦੇ ਵਿੱਚ। ਅੱਛਾ, ਇਹ ਬਾਣੀ ਹੈ ਜੀ, ਪਿਛਲੀ ਵਾਰੀ ਆਪਾਂ ਵਿਚਾਰੀ ਸੀ, ਲੇਕਿਨ ਇਹਨੂੰ ਫੇਰ ਇੱਕ ਵਾਰੀ ਆਪਾਂ, ਕਿਉਂਕਿ ਇਹ ਬੜਾ ਲਿੰਕਡ ਹੈ ਸਿਸਟਮ। ਇਹ ਪਹਿਲੇ ਸ਼ਬਦ ਦਾ ਦੂਜੇ ਸ਼ਬਦ ਦੇ ਨਾਲ ਬੜਾ ਸੋਹਣਾ ਲਿੰਕ ਬਣਦਾ। ਮੈਂ ਤਾਂ ਕਰਕੇ ਥੋੜਾ ਜਿਹਾ ਰਿਪੀਟ ਕਰਨ ਲੱਗਾ ਅੱਜ, ਕਿਉਂਕਿ ਦੂਸਰਾ ਸ਼ਬਦ ਵੈਸੇ ਵੀ ਮੈਂ ਦੇਖਿਆ ਕਿ ਬੜਾ ਬਹੁਤ ਹੀ ਦੋ ਲੈਣਾਂ ਦਾ ਹੀ ਸ਼ਬਦ ਆ, ਦੋ ਤੁਕਾਂ ਦਾ ਹੀ ਸ਼ਬਦ ਆ। ਉਹ ਦੋ ਸਟੈਂਜ਼ੇ, ਸੌਰੀ, ਤੁਕ ਤੇ ਇੱਕ ਲਾਈਨ ਹੁੰਦੀ ਹੈ। ਜਦੋਂ ਪੂਰਾ ਇੱਕ ਤੁਕ ਪੜ੍ਹ ਕੇ ਦੂਜੀ ਲਾਈਨ ਦੇ ਅੱਗੇ ਇੱਕ ਲਿਖਿਆ, ਪੂਰਾ ਸਟੈਂਜ਼ਾ ਬਣਦਾ। ਸੋ ਇਹ ਦੋ ਸਟੈਂਜ਼ੇ ਨੇ। ਉਹਦੇ ਵਿੱਚ ਸਮਾਂ ਵੀ ਆਪਣੇ ਕੋਲ ਬਹੁਤ ਥੋੜਾ ਲੱਗਣਾ ਸੀ, ਇਸ ਕਰਕੇ ਮੈਂ ਇਹ ਤਰਤੀਬ ਬਣਾਈ ਕਿ ਪਹਿਲਾਂ ਇਹ ਦੋ ਲਫ਼ਜ਼ ਸਿਰੀ, ਸਰੀ ਤੇ ਏਓ, ਏਓ, ਇਹ ਦੋਨੇ ਕਲੀਅਰ ਕਰਕੇ, ਕਿਉਂਕਿ ਵਰਤਨੇ ਨੇ ਆਪਾਂ ਅੱਗੇ ਬ੍ਰਹਮ ਗਿਆਨ ਦੇ ਵਿੱਚ, ਤੇ ਆਪਾਂ ਇਹ ਸ਼ਬਦ ਦੀ ਵਿਚਾਰ ਸ਼ੁਰੂ ਕਰਦੇ ਹਾਂ। ਸੋਹਿਲਾ, ਸੋਹਲੇ ਦਾ ਮਤਲਬ ਹੈ ਅਕਾਲ ਪੁਰਖ ਦਾ ਨਾਮ, ਅਕਾਲ ਪੁਰਖ ਦਾ ਸ਼ਬਦ, ਜਿਹਦੀ ਆਪਾਂ ਬਾਰ-ਬਾਰ ਵਿਚਾਰ ਕਰਨੀ ਹੈ। ਇਹ ਜਿਹੜੀ ਵਿਚਾਰ ਆਪਾਂ ਕਰ ਰਹੇ ਹਾਂ, ਇਹ ਨਹੀਂ, ਇਹ ਵੀ ਵਿਚਾਰ ਹੈ, ਲੇਕਿਨ ਇੱਕ ਵਿਚਾਰ ਹੈ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਕਹਿੰਦੇ ਜਿਹੜੀ ਪੂਰੀ ਵਿਚਾਰ ਹੈ ਉਹ ਹੈ ਅਕਾਲ ਪੁਰਖ ਦਾ ਨਾਮ ਜਪਣਾ। ਇਸ ਕਰਕੇ ਇਹ ਬਾਣੀ ਜਿਹੜੀ ਆਏਗੀ ਅੱਗੇ, ਇਹਦੇ ਚ ਅਕਾਲ ਪੁਰਖ ਦੀਆਂ ਨਾਮ ਦੀਆਂ ਹੀ ਗੱਲਾਂ ਹੋਣੀਆਂ ਨੇ। ਇਸ ਕਰਕੇ ਇਹਨੂੰ ਨਾਮ ਦਿੱਤਾ ਸੋਹਲਾ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓ ਸੱਤੇ ਗੁਰ ਪ੍ਰਸਾਦ। ਸ਼ਬਦ ਸ਼ੁਰੂ ਹੁੰਦਾ ਇੱਥੋਂ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਸਕਰੀਨ ਤੇ ਦਰਸ਼ਨ ਕਰੀ ਜਾਓ। ਤਿਤ ਘਰੇ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਅਸੀਂ ਉਹੀ ਪੈਟਰਨ ਰੱਖਾਂਗੇ ਜੀ ਕਿ ਆਪਾਂ ਪਹਿਲਾਂ ਰਹਾਉ ਦੀ ਤੁਕ ਪੜਾਂਗੇ। ਰਹਾਉ ਦੀ ਤੁਕ ਕਹਿੰਦੀ ਹੈ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹੁਣ ਨਿਰਭਉ ਦਾ ਲਫ਼ਜ਼ ਹੈ, ਇਹਦਾ ਵੀ ਆਪਾਂ ਕਿਸੇ ਵੇਲੇ ਗੁਰੂ ਸਾਹਿਬ ਦੀ ਓਟ ਲੈ ਕੇ ਇਹਨੂੰ ਖੋਲਾਂਗੇ। ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਭਉ ਤੋਂ ਰਹਿਤ ਹੈ। ਜੇ ਅਸੀਂ ਅਕਾਲ ਪੁਰਖ ਦੀ, ਇੱਥੇ ਜਿਹੜਾ ਲਫ਼ਜ਼ ਵਰਤਿਆ ਗਿਆ, ਇਹਦਾ ਮਤਲਬ ਹੈ ਅਕਾਲ ਪੁਰਖ, ਪਰਮਾਤਮਾ, ਮਾਲਕ। ਤੁਮ ਗਾਵੋ ਮੇਰੇ ਉਸ ਅਕਾਲ ਪੁਰਖ ਦਾ ਨਾਮ ਜਪੋ। ਰਸਨਾ ਨਾਲ ਜਪਣਾ ਪੈਣਾ ਹੈ। ਇਹ ਕਲੀਅਰ ਹੋ ਗਿਆ ਕਿ ਰਸਨਾ ਨਾਲ ਨਾਮ ਦਾ, ਸ਼ਬਦ ਦਾ ਉਚਾਰਨ, ਰੈਪੀਟੀਸ਼ਨ ਆਫ ਨਾਮ ਇਜ਼ ਮਸਟ ਇਨ ਸਿੱਖੀਜ਼ਮ। ਜੇ ਕਿਸੇ ਨੇ ਸਿੱਖ ਬਣਨਾ ਅਕਾਲ ਪੁਰਖ ਦਾ, ਤੇ ਨਾਮ ਜਪਣਾ ਬਹੁਤ ਮਹੱਤਵਪੂਰਨ ਹੈ। ਬਾਕੀ ਭਾਵੇਂ ਤੁਸੀਂ ਲੱਖ ਕੰਮ ਕਰਦੇ ਹੋ, ਨਾਮ ਨਹੀਂ ਜਪਦੇ ਹੋ, ਤੇ ਉਹ ਸਾਰੇ ਇਹ ਓਰੇ ਮੂਸੇ, ਇਹ ਸਾਰੇ ਐਸ ਤੁਹਾਡੀ ਮੌਤ ਦੇ ਨਾਲ, ਇੱਥੇ ਸਰੀਰ ਦੇ ਨਾਲ ਖਤਮ ਹੋ ਜਾਣੇ ਆ। ਅੱਗੇ ਉਹਨਾਂ ਦੀ ਕੋਈ ਗਿਣਤੀ ਨਹੀਂ ਹੋਣੀ। ਭਾਵੇਂ ਤੁਸੀਂ 2500 ਖੰਡ ਪਾਠ ਕੀਤੇ ਆ, 7500 ਸਹਿਜ ਪਾਠ ਕੀਤੇ ਆ, ਤੇ 45,000 ਭਾਵੇਂ ਸੁਖਮਨੀ ਦੇ ਪਾਠ ਕੀਤੇ ਆ, ਉਹ ਸਾਰਾ ਇੱਥੇ ਜ਼ੀਰੋ ਹੋ ਜਾਣਾ। ਕਿਉਂਕਿ ਤੁਸੀਂ, ਆਪਾਂ ਉਸ ਪਾਠ ਦੇ ਉੱਤੇ ਅਮਲ ਨਹੀਂ ਕੀਤਾ। ਅਸੀਂ ਰੈਪੀਟੀਸ਼ਨ ਆਫ ਨਾਮ ਨੇ, ਜਿਹੜਾ ਪਰਮਾਤਮਾ ਦਾ, ਅਕਾਲ ਪੁਰਖ ਦਾ ਨਾਮ ਜਪਣ ਵਾਸਤੇ ਸਾਨੂੰ ਇਹ ਜਨਮ ਮਿਲਿਆ ਸੀ, ਅਸੀਂ ਉਹ ਨਾਮ ਨਹੀਂ ਜਪਿਆ। ਤੇ ਜਪ ਤਪ ਸੰਜਮ ਕਰਮ ਕਮਾਣੇ, ਇਹ ਓਰੇ ਮੂਸੇ, ਇਹ ਇੱਥੇ ਰਹਿ ਜਾਣੇ। ਆਪਾਂ ਸ਼ਬਦ ਕਲੀਅਰ ਕਰ ਰਹੇ ਹਾਂ। ਹਰ ਬਿਨ ਅਵਰ ਕਿਰਿਆ ਬਿਰਥੇ,
ਨਾਮ ਜਪਣ ਤੋਂ ਬਿਨਾ ਹਰ ਚੀਜ਼ ਬੇਕਾਰ ਹੈ, ਨਿਫਲ ਹੈ। ਬਾਬਾ ਨਾਨਕ ਵੀ ਕਹਿ ਰਿਹਾ, ਇਹ ਸ਼ਬਦ ਹੈ ਮਹੱਲੇ ਪੰਜਵੇਂ ਦਾ। ਦੂਜੇ ਬੰਨੇ ਪਹਿਲਾ ਬਾਬਾ ਨਾਨਕ ਵੀ ਥਿਊਰੀ ਦੇ ਚੁੱਕਾ ਆਪਣੀ, ਵੀ ਜਪ ਹੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਕਿਸੇ ਕੰਮ ਨੂੰ ਕੋਈ ਫਲ ਨਹੀਂ ਲੱਗੇਗਾ ਜੇਕਰ ਨਾਮ ਨਹੀਂ ਜਪੋਗੇ। ਆਪਾਂ ਆਈਏ ਹੁਣ ਆਪਣੇ ਰਹਾਉ ਤੇ। ਕਹਿੰਦੇ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹੁਣ ਆਪਾਂ ਇੱਕ ਬੰਨੇ ਕਹਿੰਦੇ ਆ ਕਿ ਅਕਾਲ ਪੁਰਖ ਬਹੁਤ ਬੇਅੰਤ ਹੈ, ਬੇਸ਼ੁਮਾਰ ਹੈ, ਬਹੁਤ ਵੱਡੀ ਸ਼ਕਤੀ ਹੈ, ਉਹ ਮਾਲਕ ਹੈ, ਕਣ ਕਣ ਦੇ ਵਿੱਚ ਸਮਾਇਆ ਹੈ, ਹਰ ਚੀਜ਼ ਉਹਦੇ ਵੱਸ ਹੈ। ਤੇ ਆਪਾਂ ਉਹਨੂੰ ਕਹੀਏ ਕਿ ਉਹ ਡਰਦਾ ਨਹੀਂ। ਉਹਨੇ ਡਰਨਾ ਉਹਨੇ ਕਿਹੜੇ ਤੋਂ ਆ ਭਾਈ, ਜਦੋਂ ਉਹ ਸੁਪਰੀਮ ਪਾਵਰ ਹੈ। ਇਹ ਤੇ ਤੁਸੀਂ ਉਹਦੀ ਤੋਹੀਨ ਕਰਦੇ ਆ। ਉਹ ਡਰਦਾ ਤੇ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਜਦੋਂ ਉਹ ਸੁਪਰੀਮ ਪਾਵਰ ਹੈ, ਜਦੋਂ ਹਰ ਚੀਜ਼ ਦੁਨੀਆ ਦੀ, ਧਰਤੀ ਦੀ, ਬ੍ਰਹਮੰਡ ਦੀ ਹਰ ਚੀਜ਼ ਉਹਦੇ ਵੱਸ ਵਿੱਚ ਹੈ। ਹਰ ਸਿਸਟਮ, ਹਰ ਕਣ ਕਣ ਦੇ ਵਿੱਚ ਆਪਾਂ ਗੱਲ ਕਹਿੰਦੇ ਆ ਵੀ ਸਮਾਇਆ ਹੋਇਆ, ਹਰ ਉਹਦੀ ਰਜ਼ਾ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਫਿਰ ਆਪਾਂ ਕਹੀਏ ਕਿ ਉਹ ਡਰਦਾ ਨਹੀਂ ਕਿਸੇ ਤੋਂ। ਉਹਨੂੰ ਡਰਨਾ ਕਿਹੜੇ ਤੋਂ ਆ ਭਾਈ? ਉਹਨੇ, ਇਹ ਗਲਤ ਹੈ। ਨਿਰਭਉ ਦਾ ਮਤਲਬ ਇਹ ਨਹੀਂ ਹੈ ਕਿ ਉਹ ਡਰਦਾ ਨਹੀਂ ਕਿਸੇ ਤੋਂ। ਇਹ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ, ਇਹ ਗੱਲ ਹੀ ਨਹੀਂ ਆ ਸਕਦੀ ਕਿ ਉਹ ਕਿਸੇ ਤੋਂ ਨਹੀਂ ਡਰਦਾ ਜਦੋਂ ਕਿ ਉਹ ਸੁਪਰੀਮ ਪਾਵਰ ਹੈ। ਅੱਛਾ ਜੀ, ਹੁਣ ਨਿਰਭਉ ਦਾ ਮੈਂ ਬਿਲਕੁਲ ਥੋੜਾ ਜਿਹਾ ਇੱਥੇ ਅੱਖਰ ਨੂੰ ਖੋਲੂੰਗਾ। ਆਪਾਂ ਜਿਸ ਵੇਲੇ ਪਿੱਛੇ ਆਪਾਂ ਸੰਗਤ ਨਾਲ ਵਾਅਦਾ ਵੀ ਕੀਤਾ ਸੀ ਕਿ ਆਪਾਂ ਜਿਹੜਾ ਸੋ ਕਾਲਡ ਮੂਲ ਮੰਤਰ ਜਿਹਨੂੰ ਕਹਿੰਦੇ ਆ, ਆਪਾਂ ਉਹ ਖੋਲਾਂਗੇ। ਉਹਦੇ 'ਚ ਇਹ ਅੱਖਰ ਆਏਗਾ ਤੇ ਆਪਾਂ ਬੜੀ ਡੀਟੇਲ ਦੇ ਵਿੱਚ ਉੱਥੇ ਇਹਦਾ ਜਿਹੜਾ ਨਿਸਤਾਰਾ, ਇਹਦਾ ਜਿਹੜਾ ਐਕਸਪਲੇਨੇਸ਼ਨ ਹੈ ਨਿਰਭਉ ਦੀ, ਖੋਲਾਂਗੇ। ਸੋ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਭੈ ਕੋ ਭਉ ਪੜਿਆ ਸਿਮਰਤ ਹਰ ਨਾਮ। ਮੈਂ ਸ਼ਬਦ ਇੱਥੇ ਸਾਂਝਾ ਕਰਦਾ। ਆਪ ਜੀ ਨੇ ਇਹ ਬੜਾ ਸ਼ਬਦ ਦੇ ਦਰਸ਼ਨ ਕਰਨੇ ਔਰ ਚੀਜ਼ ਨੂੰ ਯਾਦ ਰੱਖਣਾ। ਭੈ ਕੋ ਭਉ ਪੜਿਆ, ਆ ਹੈ, ਆ ਦੇਖੋ। ਹੁਣ ਦੇਖੋ ਭੈ ਦਾ ਤੇ ਭਉ ਦਾ ਡਿਫਰੈਂਸ। ਇਹਦੇ ਕਿਉਂ ਅਸੀਂ ਕਹਿ ਰਹੇ ਹਾਂ ਕਿ ਭੈ ਹੋਰ ਚੀਜ਼ ਹੈ, ਭਉ ਹੋਰ ਚੀਜ਼ ਹੈ। ਭੈ ਕੋ ਭਉ ਪੜਿਆ ਸਿਮਰਤ ਹਰ ਨਾਮ। ਪਰਮਾਤਮਾ ਦਾ ਨਾਮ ਸਿਮਰਦੇ ਆ, ਡਰ ਨੂੰ ਡਰ ਪੈ ਜਾਂਦਾ। ਇਹ ਚੀਜ਼ ਸਾਡਾ ਬ੍ਰੇਨ ਵਾਸ਼ ਕਰ ਗਈ। ਅਸੀਂ ਉਸ ਚੀਜ਼ ਤੇ ਟਿਕ ਗਏ ਔਰ ਅਸੀਂ ਇਸ ਚੀਜ਼ ਨੂੰ ਐਕਸੈਪਟ ਕਰ ਲਿਆ। ਠੀਕ ਹੈ, ਇਹ ਅਰਥ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਕੀਤੇ ਨੇ, ਇਹ ਬੜੇ ਮਕਬੂਲ ਹੋਏ ਨੇ, ਲੇਕਿਨ ਇਹ ਬੜੇ ਉਤਲੇ ਲੈਂਗੁਏਜ ਦੇ ਹਿਸਾਬ ਨਾਲ ਉਹਨਾਂ ਨੇ ਅਰਥ ਕੀਤੇ ਨੇ। ਡੀਪ ਡੂੰਘਾਈ ਦੇ ਵਿੱਚ ਰਿਲੇਟਿਵ ਸਟੱਡੀ ਉਹ ਨਹੀਂ ਕਰ ਪਾਏ। ਬੜੇ ਵਿਦਵਾਨ ਸੀ, ਲੇਕਿਨ ਬਾਣੀ ਦੀ ਬਹੁਤ ਸਮਾਂ ਮੰਗਦੀ ਆ ਬਾਣੀ, ਔਰ ਇਹਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਨਾਮ ਜਪ ਕੇ ਆਪਾਂ ਇਹਨੂੰ ਖੋਲਣਾ। ਭੈ ਹੁੰਦਾ ਡਰ, ਠੀਕ ਹੈ। ਕਹਿੰਦੇ ਭਉ। ਅੱਛਾ, ਹੁਣ ਇਹ ਪੰਜਾਬੀ ਲੈਂਗੁਏਜ ਦੇ ਆਪਾਂ ਜਿਹੜੇ ਲਫ਼ਜ਼ ਆਪਾਂ ਯੂਜ਼ ਕਰਦੇ ਹਾਂ, ਉਧਰ ਨੂੰ ਆ ਜਾਓ ਮਾੜਾ ਜਿਹਾ। ਮੇਰੇ ਫਾਦਰ ਸਾਹਿਬ ਦਾ ਜਿਹੜਾ ਜਨਮ ਸੀ ਉਹ ਅੰਮ੍ਰਿਤਸਰ ਜ਼ਿਲ੍ਹੇ ਦਾ ਸੀ। ਮੇਰੇ ਮੰਮੀ ਹੁਣਾਂ ਦਾ ਜਨਮ ਵੀ ਜੀ ਸੀ ਉਹ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਦਾ ਸੀ। ਸਾਡਾ ਜਿਹੜਾ ਜੱਦੀ ਪਿੰਡ ਹੈ ਉਹ ਅੰਮ੍ਰਿਤਸਰ ਜ਼ਿਲ੍ਹੇ 'ਚ ਹੈ। ਤੇ ਉਹ ਮਾਤਾ ਪਿਤਾ ਦੋਨੇ ਵਿਆਹ ਤੋਂ ਬਾਅਦ ਪਟਿਆਲੇ ਆ ਗਏ। ਸਾਡਾ ਜਨਮ ਪਟਿਆਲੇ ਦਾ ਹੋਇਆ, ਰਾਈਟ। ਉੱਥੇ ਜਿਹੜੀ ਉਹਨਾਂ ਦੀ ਜਿਹੜਾ ਐਕਸੈਂਟ ਸੀ ਮੇਰੇ ਫਾਦਰ ਸਾਹਿਬ ਦਾ, ਉਹਨਾਂ ਨੇ ਮੈਨੂੰ ਸਕੂਲੇ ਮੈਂ ਪੜ੍ਹਨਾ ਆ ਕੇ ਮੈਂ ਖੇਡਣ ਖੁੱਡਣ ਚੱਲ ਜਾ, ਮੈਨੂੰ ਉਹਨਾਂ ਨੇ ਕਹਿਣਾ, ਉਹ ਕਿੱਥੇ ਭੌਂਦਾ ਰਿਹਾ ਤੂੰ ਸਾਰਾ ਦਿਨ? ਮਾਝੇ ਵਾਲੇ ਐਕਸੈਂਟ ਦੇ ਵਿੱਚ, ਉਹ ਕਿੱਧਰ ਭੌਂਦਾ ਆਇਆ ਉਹ ਸਾਰਾ ਦਿਨ? ਜੇ ਉਹਨੂੰ ਇਸੇ ਗੱਲ ਨੂੰ ਮਲਵਈ ਐਕਸੈਂਟ ਦੇ ਵਿੱਚ ਕਹਿਣਾ ਹੋਏ, ਆਪਾਂ ਕਵਾਂਗੇ ਉਹ ਕਿੱਧਰ ਘੁੰਮਦਾ ਆਇਆ ਸਾਰਾ ਦਿਨ, ਕਿੱਧਰ ਘੁੰਮਦਾ ਆ। ਸੋ ਭੌਂਦਾ ਤੇ ਘੁੰਮਣਾ, ਭੌ ਤੇ ਘੁੰਮ ਇੱਕੋ ਚੀਜ਼ ਹੈ, ਮੀਨਿੰਗ ਇੱਕੋ ਹੈ ਇਹਦਾ। ਭੈ ਕੋ ਭਉ ਪੜਿਆ, ਡਰ ਨੂੰ ਭੁਆਂਟਣੀ ਪੈ ਗਈ। ਸਿਮਰਤ ਹਰਨਾਮ, ਡਰ ਤੇ ਰਿਹਾ ਹੀ ਨਹੀਂ। ਡਰ ਤੇ ਅਸੀਂ ਖਤਮ ਕਰਨਾ ਹੈ, ਨਿਡਰ ਤੇ ਅਸੀਂ ਹੋਣਾ, ਰਾਈਟ। ਸਗਲ ਵਿਆਦ ਮਿਟੀ ਤ੍ਰਿਹ ਗੁਣ ਕੀ, ਦਾਸ ਕੇ ਹੋਏ ਪੂਰਨ ਕਾਮ। ਇਹ ਹੈ ਭੈ ਕੋ ਭਉ ਪੜਿਆ, ਡਰ ਡੁਰ ਨੂੰ ਸਭ ਲਾ ਲੂ ਕੇ ਸਿੱਟ ਦਿੱਤਾ। ਇਹ ਹੈ, ਇਹ ਫਰਕ ਹੈ ਭੈ ਦਾ ਤੇ ਭਉ ਦਾ। ਮੈਂ ਆਪਣੇ ਉਧਰ ਸ਼ਬਦ ਚ ਚੱਲਦਾ। ਜੈ ਘਰ ਕੀਰਤ ਆਖੀ ਹੈ, ਕਰਤੇ ਕਾ ਹੋਏ ਵਿਚਾਰੋ, ਜਿਹੜਾ ਸ਼ਬਦ ਅਸੀਂ ਵਿਚਾਰ ਕਰ ਰਹੇ।
ਹੁਣ ਇਹ ਭੈ ਦਾ ਤੇ ਭਉ ਦਾ ਮੈਂ ਬੜਾ ਸ਼ਾਰਟ ਦੇ ਵਿੱਚ ਦੱਸਿਆ, ਅੱਗੇ ਜਾ ਕੇ ਆਪਾਂ ਇਹਨੂੰ ਪੂਰਾ ਖੋਲਾਂਗੇ। ਨਿਰਭਉ ਦਾ ਮਤਲਬ ਡਰ ਤੋਂ ਰਹਿਤ ਨਹੀਂ ਹੈ, ਭਉ ਦਾ ਮਤਲਬ ਹੈ ਉਹ ਭੌਂਦਾ ਨਹੀਂ ਹੈ, ਉਹ ਮਾਇਆ 'ਚ ਨਹੀਂ ਆਉਂਦਾ। ਪਰਮਾਤਮਾ ਮਾਇਆ ਤੋਂ ਪਰੇ ਹੈ, ਮਾਇਆ ਦੇ ਵਿੱਚ ਨਹੀਂ ਆਉਂਦਾ। ਹਰ ਮਾਇਆ ਕਿੱਥੋਂ ਸ਼ੁਰੂ ਹੁੰਦੀ ਹੈ, ਇਹ ਵੀ ਆਪਾਂ ਹੁਣੇ ਡਿਸਕਸ ਕਰਦੇ ਹਾਂ ਕਿ ਜਦੋਂ ਅਸੀਂ ਇਸ ਦੁਨੀਆ ਤੇ ਆਉਨੇ ਆ ਤੇ ਮਾਇਆ ਕਿੱਥੋਂ ਸਟਾਰਟ ਹੁੰਦੀ ਹੈ। ਠੀਕ ਹੈ, ਆਪਾਂ ਆਪਣੇ ਸ਼ਬਦ ਦੀ ਰਹਾਉ ਦੇ ਤੁਕ ਤੇ ਆਉਂਦੇ ਆ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਇਹਦਾ ਬੜਾ ਪਲੇਨ ਪੰਜਾਬੀ ਦੇ ਵਿੱਚ ਅਰਥ ਬਣਨਾ ਹੈ ਕਿ ਤੁਸੀਂ ਉਸ ਅਕਾਲ ਪੁਰਖ ਦਾ ਨਾਮ ਜਪੋ। ਗਾਉਣ ਦਾ ਮਤਲਬ ਹੈ ਗੁਣ ਗੋਬਿੰਦ ਗਾਇਓ ਨਹੀਂ, ਜਨਮ ਕਾਰਤ ਕੀਨ। ਗਾਉਣਾ ਨਹੀਂ ਹੈ ਵਾਕਈ ਵੀ ਰਾਗ ਪੜ੍ਹਨੇ ਉੱਤੇ ਤੰਤਪੁਰਾ ਲੈ ਕੇ ਬਹਿ ਜਾਈਏ, ਨਹੀਂ। ਉਹ ਹੈ, ਉਹ ਠੀਕ ਹੈ, ਉਹ ਵੀ ਕਰਨਾ ਹੈ ਆਪਾਂ, ਉਹ ਵੀ ਆਪਣਾ ਪਾਰਟ ਆਫ ਸੇਵਾ ਹੈ, ਉਹ ਵੀ ਠੀਕ ਹੈ। ਇਹ ਗਾਉਣ ਦਾ ਮਤਲਬ ਹੈ ਕਿ ਥੋੜਾ ਜਿਹਾ ਰਸਨਾ ਦੇ ਨਾਲ, ਥੋੜਾ ਜਿਹਾ ਉੱਚੀ, ਜਿੰਨਾ ਕਿ ਸਾਡੇ ਕੰਨਾਂ ਨੂੰ ਸੁਣ ਸਕੇ ਅਸੀਂ ਉਹਨਾਂ ਵਾਹਿਗੁਰੂ ਵਾਹਿਗੁਰੂ ਉਹਨਾਂ ਕੁ ਉੱਚੀ ਅਸੀਂ ਨਾਮ ਜਪਣਾ ਹੈ, ਜਿੰਨੇ ਸਾਡੇ ਸਰਵਣ ਦੇ ਵਿੱਚ ਉਹ ਆਵਾਜ਼, ਉਹ ਧੁਨ ਪੈ ਸਕੇ। ਇਸ ਕਰਕੇ ਲਿਖਿਆ ਗਾਵੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਸੋਹਿਲਾ ਅਕਾਲ ਪੁਰਖ ਦਾ ਨਾਮ ਹੈ, ਨਿਰਭਉ ਅਕਾਲ ਪੁਰਖ ਹੈ, ਤੇ ਅਸੀਂ ਉਹਦਾ ਨਾਮ ਥੋੜੀ ਜਿਹੀ ਉੱਚੀ ਧੁਨ ਦੇ ਨਾਲ ਜਪਣਾ ਹੈ। ਹੋਂ ਵਾਰੀ ਜਿਤ ਸੋਹਲੇ ਸਦਾ ਸੁਖ ਹੋਏ। ਇਹ ਜਿਹੜੇ ਨਾਮ ਜਪਣ ਦੇ ਨਾਲ ਸਰੀਰਿਕ ਤੌਰ ਤੇ ਮੈਨੂੰ ਸੁੱਖ ਮਿਲਣਾ ਹੀ ਹੈ, ਦੁਨਿਆਵੀ ਤੌਰ ਤੇ ਮੈਨੂੰ ਸੁੱਖ ਮਿਲਣਾ ਹੀ ਹੈ, ਪਰ ਸੂਖਮ ਤੌਰ ਤੇ ਜਿਹੜਾ ਸੁੱਖ ਹੈ, ਉਹ ਸੁੱਖ ਨਿਧਾਨ ਜਿਹੜੇ ਅਸੀਂ ਉਸ ਭਾਵਾਂ ਦੇ ਦੇਸ਼ 'ਚ ਖੇਲ ਕੇ ਸੂਖਮ ਰੂਪ ਦੇ ਵਿੱਚ ਅਕਾਲ ਪੁਰਖ ਦੇ ਦਰਸ਼ਨ ਕਰਨੇ ਨੇ। ਇਹ ਹੈ ਸੁੱਖ। ਸੱਸੇ ਨੂੰ ਔਂਕੜ ਤੇ ਖੱਖਾ ਖੱਖੇ ਨੂੰ ਔਂਕੜ, ਜਿਹੜਾ ਖਾਸ ਸੁੱਖ ਹੈ। ਠੀਕ ਹੈ, ਇਹ ਸੁੱਖ ਹੈ ਅਕਾਲ ਪੁਰਖ ਦੇ ਦਰਸ਼ਨਾਂ ਦਾ। ਦੁਨਿਆਵੀ ਸੁੱਖ ਵੀ ਹੋਣੇ ਨੇ। ਕਹਿੰਦੇ ਫਿਰ ਕਿਉਂ ਨਾ ਮੈਂ ਉਸ ਤੋਂ ਵਾਰੀ ਜਾਵਾਂ, ਮੈਂ ਕਿਉਂ ਨਾ ਫਿਰ ਉਹਨੂੰ ਹਰ ਪਲ, ਹਰ ਘੜੀ, ਹਰ ਦਿਨ, ਨਿਤ ਨਿਤ ਫਿਰ ਮੈਂ ਕਿਉਂ ਨਾ ਨਾਮ ਜਪਾਂ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਤੇ ਜੇ ਉਹ ਸੋਹਲੇ ਗਾਉਣ ਦੇ ਨਾਲ ਇੰਨਾ ਸੁੱਖ ਮਿਲਣਾ ਹੈ, ਦੁਨਿਆਵੀ ਵੀ, ਦ੍ਰਿਸ਼ਟਮਾਨ ਵੀ ਤੇ ਸੂਖਮ ਰੂਪ ਦੇ ਵਿੱਚ ਵੀ, ਤੇ ਫਿਰ ਕਿਉਂ ਨਾ ਮੈਂ ਉਸ ਤੋਂ ਵਾਰੀ ਜਾਵਾਂ। ਇਹ ਹੈ ਸ਼ਬਦ ਦਾ ਰਹਾਉ। ਹੁਣ ਆਪਾਂ ਅੱਗੇ ਚੱਲੀਏ। ਸ਼ਬਦ ਦੀ ਸ਼ੁਰੂਆਤ ਹੁੰਦੀ ਇੱਕ ਉਹ ਸੱਤੇ ਗੁਰ ਪ੍ਰਸਾਦ। ਕਹਿੰਦੇ ਜੈ ਘਰੇ ਕੀਰਤ ਆਖੀ ਹੈ। ਜਿਸ ਘਰ ਦੇ ਵਿੱਚ, ਘਰ ਹੈ ਇਹ ਸਰੀਰ, ਘਰ ਕੋਈ ਬਿਲਡਿੰਗ ਨਹੀਂ, ਕੋਈ ਗੁਰਦੁਆਰੇ ਦੀ ਚਾਰ ਕੰਧਾਂ ਨਹੀਂ ਹੈ, ਘਰ ਹੈ ਇਹ ਸਰੀਰ। ਜਿਹੜੇ ਘਰ ਦੇ ਵਿੱਚ ਪ੍ਰਭੂ ਦੀ ਕੀਰਤੀ ਗਾਈ ਜਾ ਰਹੀ ਹੈ, ਉਹ ਨਿਰਭਉ ਦੇ ਸੋਹਲੇ ਜਿਹੜੇ ਗਾਏ ਜਾ ਰਹੇ ਹੈ, ਨਾਮ ਜਪਿਆ ਜਾ ਰਿਹਾ ਹੈ, ਕਰਤੇ ਕਾ ਹੋਏ ਵਿਚਾਰੋ। ਕਹਿੰਦੇ ਇਹੀ ਪੂਰਨ ਭਗਤੀ ਹੈ, ਇਹੀ ਕਰਤੇ ਪੁਰਖ ਦੀ ਵਿਚਾਰ ਹੈ। that is all। ਜਿਹੜੇ ਘਰ ਦੇ ਵਿੱਚ, ਸਰੀਰ ਦੇ ਵਿੱਚ ਕੀਰਤੀ ਗਾਈ ਜਾ ਰਹੀ ਹੈ, ਨਾਮ ਜਪ ਹੋ ਰਿਹਾ, ਬੰਦੇ ਨੂੰ ਸਮਝ ਆ ਗਈ, ਮਨ ਨੂੰ ਸਮਝ ਆ ਗਈ ਵੀ ਭਾਈ ਨਾਮ ਜਪਣ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ, ਲੇਖੇ ਨਹੀਂ ਹੈ ਕੋਈ ਗੱਲ ਨਾਮ ਜਪਣ ਤੋਂ ਬਿਨਾਂ। ਉਹ ਕਰਤੇ ਕਾ ਹੋਏ ਵਿਚਾਰੋ। ਉਹ ਹੈ ਉਸ ਜਿਹੜੇ ਘਰ ਦੇ ਵਿੱਚ ਕੀਰਤੀ ਗਾਈ ਜਾ ਰਹੀ ਹੈ, ਉਹਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ, ਉਹੀ ਪੂਰਨ ਤੌਰ ਤੇ ਕਰਤੇ ਦੀ ਵਿਚਾਰ ਹੈ। ਕਹਿੰਦੇ ਤਿਤ ਘਰੇ ਗਾਵੋ ਸੋਹਿਲਾ। ਜੇ ਉਸ ਘਰ ਦੇ ਵਿੱਚ ਅਕਾਲ ਪੁਰਖ ਦੀ ਕੀਰਤੀ ਗਾਈ ਜਾ ਰਹੀ ਹੈ ਤੇ ਸਿਰਜਣਹਾਰ ਨੇ ਆਪੇ ਹੀ ਉਸ ਘਰ ਦੀ ਰੱਖਿਆ ਕਰਨੀ ਹੈ, ਆਪੇ ਉਸ ਘਰ ਨੂੰ ਸਵਾਰਨਾ ਹੈ, ਆਪੇ ਉਸ ਘਰ ਨੂੰ ਆਪਣੇ ਨਾਲ ਮਿਲਾ ਲੈਣਾ ਹੈ। ਸਿਵਰਹੁ ਸਿਰਜਣਹਾਰੋ। ਇਹ ਫਿਰ ਉਹਦੀ ਡਿਊਟੀ ਹੈ। ਉਹਨੇ ਰਾਖ ਪਿਤਾ ਪ੍ਰਭ ਮੇਰੇ, ਉਹਨੇ ਰੱਖਣਾ ਹੈ। ਸਾਡਾ ਜਿਹੜਾ ਕੰਮ ਹੈ, ਅਸੀਂ ਜੋ ਕਰ ਸਕਦੇ ਇੱਥੇ ਆਇਆਂ ਦਾ ਸਾਡਾ ਜਿਹੜਾ ਫਰਜ਼ ਹੈ, ਭਈ ਪ੍ਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਅੱਗੇ ਕੀ ਲਿਖਿਆ ਜੀ? ਮਿਲ ਸਾਧ ਸੰਗ ਤੇ ਭਜ ਕੇਵਲ ਨਾਮ। ਨਬੇੜਾ ਹੋ ਗਿਆ, ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ। ਨਾਮ ਜਪਿਆ ਕਰੋ ਡਟ ਕੇ, ਵੱਧ ਕੇ, ਗਾਹ ਹੋ ਕੇ, ਮੈਕਸੀਮਮ ਟਾਈਮ ਕੰਮ ਕਰਦੇ, ਨਹਾਉਂਦੇ ਧੋਂਦੇ, ਬਾਹਰ ਤੁਰਦੇ ਫਿਰਦੇ, ਸੈਰ ਕਰਦੇ, ਖਾਂਦੇ ਪੀਂਦੇ। ਜਦੋਂ ਚੇਤਾ ਆ ਗਿਆ, ਵਾਹਿਗੁਰੂ
वाहिगुरु वाहिगुरु आ काम इंपॉर्टेंट है। कहते तुम गावो मेरे निरभौ का सोहिला, जित हों वारी जित सोहले सदा सुख होए। ਇਹ ਹੈ ਵਾਰੀ ਜਾਣਾ ਕਿ ਜਦੋਂ ਚੇਤਾ ਆ ਗਿਆ ਉਦੋਂ ਆਪਾਂ ਉਸ ਬੰਦੇ ਨੂੰ ਜੁਟ ਜਾਈਏ ਨਾਮ ਜਪਣ ਵਾਲੇ ਪਾਸੇ ਨੂੰ। ਇਹ ਹੈ ਵਾਰੀ ਜਾਣਾ ਕਿ ਆਪਣਾ ਕੋਈ ਵੀ ਟਾਈਮ, ਕੋਈ ਵੀ ਘੜੀ, ਪਲ, ਮੂਰਤ ਆਪਾਂ ਜ਼ਾਇਆ ਨਾ ਕਰੀਏ। ਅਗਲਾ ਸਟੈਪ ਜਿਹੜਾ ਚੱਲਦਾ ਜੀ, ਨਿਤ ਨਿਤ ਜਿਹੜੇ ਸੰਭਾਲੀਆਂ ਦੇਖੇਗਾ ਦੇਵਨਹਾਰ। ਕਹਿੰਦੇ ਤੂੰ ਨਿਤ ਨਿਤ ਆਪਣਾ ਜੀ ਲਾ ਕੇ ਹਰ ਹਰ ਨਿਤ ਜਪਿਓ। ਇੱਥੇ ਪੜ੍ਹਦੇ ਜੀ ਜੀਓ, ਇਹ ਜੀਓ ਨਹੀਂ ਹੈ, ਇਹ ਹੈ ਜੀਓ। ਮਹੱਲੇ ਤੀਜੇ ਦੀ ਬਾਣੀ ਹੈ, ਯਾਦ ਕਰੋ। ਆਨੰਦ ਜਿਹੜੀ ਬਾਣੀ ਪੜ੍ਹਦੇ ਹੋ, ਹਰ ਹਰ ਨਿਤ ਜਪਿਓ ਜੀਓ। ਉੱਥੇ ਜੀ ਲਾ ਕੇ ਪੜ੍ਹਨਾ ਹੈ, ਜੀਓ। ਉੱਥੇ ਨਾਸਕੀ ਉਚਾਰਨ ਹੋਣਾ ਹੈ, ਉੱਥੇ ਜੀਓ ਨਹੀਂ ਹੈ। ਹਰ ਹਰ ਨਿਤ ਜਪਿਓ ਜੀਓ। ਕੀ ਕਰੋਗੇ ਫਿਰ? ਲਾਹਾ ਖੱਟੇ ਹੋ ਦਿਹਾੜੀ। ਆਪਣੀ ਇਸ ਦਿਹਾੜੀ ਡੇ ਨਹੀਂ ਹੈ, ਦਿਹਾੜੀ ਦਾ ਮਤਲਬ ਹੈ ਉਮਰ, ਕਿ ਆਪਣੀ ਇਸ ਉਮਰ ਦਾ ਜਿਹੜਾ ਲਾਹਾ, ਜੋ ਕੰਮ ਕਰਨ ਵਾਸਤੇ ਆਏ ਆ, ਮੈਂ ਬਾਰ-ਬਾਰ ਰਿਪੀਟ ਕਰ ਰਿਹਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗ ਤੇ ਭਜ ਕੇਵਲ ਨਾਮ। ਨਾਮ ਜਪਣ ਅਸੀਂ ਆਏ ਆ ਤੇ ਉਹਨੂੰ ਮੈਕਸੀਮਮ ਅਸੀਂ ਆਪਣੇ ਜ਼ਿੰਦਗੀ ਦੇ ਟਾਈਮ ਦਾ ਜਿਹੜਾ ਮੈਕਸੀਮਮ ਟਾਈਮ ਹੈ, ਬਹਿੰਦੇ ਸੌਂਦੇ ਉੱਠਦੇ ਜਾਗਦੇ ਨਾਮ ਜਪੀਏ। ਸੋ ਨਿਤ ਨਿਤ ਜਦੋਂ ਆਪਾਂ ਇਹ ਹੌਲੀ ਹੌਲੀ ਨਾਮ ਜਪਦੇ ਜਪਦੇ ਸੰਭਾਲਣ ਦੀ ਅਵਸਥਾ ਤੇ ਜਾਵਾਂਗੇ। ਸੰਭਾਲਣ ਦੀ ਅਵਸਥਾ ਜਿਹੜੀ ਹੈ, ਚੌਥੀ ਅਵਸਥਾ ਹੈ। ਲਾਵਾਂ ਦਾ ਪਾਠ ਆਪਾਂ ਪਿੱਛੇ ਪੜ੍ਹ ਆਏ ਹਾਂ, ਲੈਸਨ ਲੈ ਆਏ ਹਾਂ। ਇਹ ਪਹਿਲਾ ਹੈ ਨਾਮ ਜਪਣਾ। ਇਹ ਜਪਦੇ ਜਪਦੇ ਫਿਰ ਹੌਲੀ ਹੌਲੀ ਧਿਆਨ ਲੱਗ ਜਾਂਦਾ। ਧਿਆਨ ਜਦੋਂ ਲੱਗ ਜਾਂਦਾ ਉਦੋਂ ਫਿਰ ਇਹ ਸਿਮਰਨ ਦੀ ਅਵਸਥਾ ਆਉਂਦੀ ਹੈ, ਤੀਜੀ। ਚੌਥੀ ਅਵਸਥਾ ਜਿਹੜੀ ਹੈ ਉਹ ਸੰਭਾਲਣ ਦੀ ਅਵਸਥਾ ਆ ਜਾਂਦੀ ਹੈ। ਸੋਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਇਹ ਚੌਥੀ ਅਵਸਥਾ ਹੈ। ਕਹਿੰਦੇ ਤੂੰ ਨਿਤ ਨਿਤ ਇਹ ਜੀ ਲਾ ਕੇ ਜਪ ਜਪ ਕੇ ਉਸ ਸੰਭਾਲਣ ਦੀ ਅਵਸਥਾ ਤੱਕ ਪਹੁੰਚ, ਤੇ ਬਾਕੀ ਜਿਹੜਾ ਕੰਮ ਹੈ ਉਹ ਕਰਤਾ ਪੁਰਖ ਆਪੇ ਤੈਨੂੰ ਮਿਲੇਗਾ। ਤੈਨੂੰ ਇਹ ਨਹੀਂ ਹੈ ਕਿ ਤੂੰ ਕਿਤੇ ਜਾ ਕੇ ਰੱਬ ਨੂੰ ਮਿਲਣਾ, ਰੱਬ ਤੇਰੇ ਅੰਦਰ ਪ੍ਰਗਟ ਹੋਏਗਾ। ਦੇਖੇਗਾ ਦੇਵਨ ਹਾਰ, ਤੂੰ ਅੰਦਰ ਹੀ ਉਸ ਪਰਮਾਤਮਾ ਦੇ ਦਰਸ਼ਨ ਕਰੇਗਾ। ਤੇਰੇ ਦਾਨੇ ਕੀਮਤ ਤੇ ਨਾ ਪਵੈ, ਤਿਸ ਦਾਤੇ ਕਵਣ ਸ਼ੁਮਾਰ। ਕਿ ਤੂੰ ਉਹਦੀਆਂ ਦਿੱਤੀਆਂ, ਉਹਦੀਆਂ ਦਾਤਾਂ ਦਾ, ਉਹਦੀ ਕਲਾ ਦਾ ਮੁੱਲ ਨਹੀਂ ਕਦੇ ਪਾ ਸਕਦਾ, ਕਦੇ ਨਹੀਂ ਪੂਰਾ ਭੇਦ ਉਹਦਾ ਕੱਢ ਸਕਦਾ। ਤਿਸ ਦਾਤੇ ਕਵਣ ਸ਼ੁਮਾਰ, ਉਸ ਦਤਾਰ ਦਾ ਅੰਦਾਜ਼ਾ ਤੂੰ ਨਹੀਂ ਲਾ ਸਕਦਾ। ਕਿੱਥੇ ਹੈ ਉਹਦੀ ਸ਼ੁਰੂ ਔਰ ਕਿੱਥੇ ਉਹ ਜਾ ਕੇ ਮੁੱਕਦਾ, ਬੇਸ਼ੁਮਾਰ ਹੈ। ਤੇਰੇ ਦਾਨੇ ਕੀਮਤ ਨਾ ਪਵੇ, ਤੇਰੀ ਇੰਨੀ ਚਤਰਾਈ ਨਹੀਂ ਹੈ, ਬੁੱਧੀ ਤੇਰੀ ਇੰਨੀ ਬਣੀ ਨਹੀਂ ਹੈ ਕਿ ਉੱਥੇ ਤੱਕ ਤੂੰ ਪਹੁੰਚ ਕਰ ਸਕੇ, ਉਹਦਾ ਪੂਰਾ ਭੇਦ ਪਾ ਸਕੇ। ਤੂੰ ਕੀ ਕਰਨਾ? ਬਸ ਨਿਤ ਨਿਤ ਜਿਹੜੇ ਸੰਭਾਲੀਆਂ, ਹੌਲੀ ਹੌਲੀ ਨਾਮ ਜਪਦਾ ਜਪਦਾ ਸੰਭਾਲਣ ਦੀ ਅਵਸਥਾ ਤੱਕ ਪਹੁੰਚ। ਕਿੱਦਾਂ ਪਹੁੰਚਾਂਗੇ? ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਥੋੜੀ ਜਿਹੀ ਉੱਚੀ ਆਵਾਜ਼ ਦੇ ਨਾਲ ਉਸ ਅਕਾਲ ਪੁਰਖ ਦਾ ਨਾਮ ਜਪੋ, ਜਿਹੜਾ ਸਾਡੇ ਕੰਨਾਂ 'ਚ ਪਵੇ, ਤੇ ਕੋਸ਼ਿਸ਼ ਕਰੋ ਵੱਧ ਤੋਂ ਵੱਧ ਸਮਾਂ ਨਾਮ ਜਪਣ ਦੇ ਵਿੱਚ ਲੱਗੇ। ਇਹ ਹੈ ਰਹਾਉ ਹੋ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਵੇ। ਤੀਜਾ ਸਟੈਪ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਇਹ ਬੜੀ ਡੂੰਘੀ ਵਿਚਾਰ ਹੈ। ਮੈਂ ਸ਼ਾਇਦ ਇਹਨੂੰ ਹੁਣ ਪੂਰੀ ਤਰ੍ਹਾਂ ਐਕਸਪਲੇਨ ਨਾ ਕਰ ਸਕਾਂ, ਲੇਕਿਨ ਇਹ ਅਰਥ ਮੈਨੂੰ ਪਤਾ ਵੀ ਚੇਂਜ ਹੋ ਜਾਣਾ ਕੰਮ। ਇਹ ਇੱਕ ਜਦੋਂ ਕੁੜੀ ਦਾ ਵਿਆਹ ਹੁੰਦਾ ਨਾ, ਉਹ ਆਪਾਂ ਡੇ ਫਿਕਸ ਕਰਦੇ ਹਾਂ ਕਿ ਫਲਾਣੀ ਤਰੀਕ ਨੂੰ ਮੇਰੀ ਬੇਟੀ ਦਾ ਆਨੰਦ ਕਾਰਜ ਫਿਕਸ ਹੋ ਗਿਆ। ਤੇ ਉਹ ਫਿਰ ਇੱਕ ਚਿੱਠੀ ਮੁਕਰਰ, ਜਿਹੜੀ ਸਾਹੇ ਦੀ ਚਿੱਠੀ ਮੁੰਡੇ ਵਾਲਿਆਂ ਵੱਲੋਂ ਆਉਂਦੀ ਹੈ। ਇਹ ਸਾਰਿਆਂ ਨੂੰ ਆਪਣੇ ਕਲਚਰ ਦਾ ਪਤਾ ਕਿੱਦਾਂ, ਮੈਂ ਹੁਣੇ ਐਕਸਪਲੇਨ ਕਰਦਾ ਇਸ ਚੀਜ਼ ਨੂੰ। ਹੁਣ ਇਸ ਸ਼ਬਦ ਦੇ ਵਿੱਚ ਹੋਣਾ ਕੀ ਹੈ, ਬਣਨਾ ਕੀ ਹੈ, ਕਿਉਂਕਿ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਜੈ ਘਰ ਕੀਰਤ ਆਖੀ ਹੈ। ਘਰ ਦਾ ਮਤਲਬ ਆਪਾਂ ਕਿਹਾ ਕਿ ਸਰੀਰ ਦੇ ਵਿੱਚ। ਹੁਣ ਇਹ ਬਾਹਰ ਦੀ ਸੰਗਤ ਦੀ ਗੱਲ ਨਹੀਂ, ਬੜਾ ਧਿਆਨ ਰੱਖਿਓ, ਬੜਾ ਸੂਖਮ ਵਿਸ਼ਾ, ਬਹੁਤ ਧਿਆਨ ਦੇ ਨਾਲ ਆਪਾਂ ਇਹਨੂੰ
ਵਿਚਾਰਨਾ ਔਰ ਵਿਚਾਰ ਕੇ ਆਪਾਂ ਅੱਗੇ ਜਾਣਾ। ਇਹ ਘਰ ਦੇ ਵਿੱਚ ਜਦੋਂ ਅਸੀਂ ਸਰੀਰ ਦੇ ਵਿੱਚ ਆ ਤੇ ਜਿਹੜਾ ਸਭ ਤੋਂ ਪਹਿਲਾ ਜਿਹੜਾ ਮਾਇਆ ਦਾ ਜਿਹੜਾ ਪ੍ਰਭਾਵ ਪੈਂਦਾ ਉਹ ਕੀ ਪੈਂਦਾ ਐਸ ਸਰੀਰ ਤੇ। ਗੁਰਬਾਣੀ ਗੁਰੂ ਇੱਕ ਤੁਕ ਦੱਸਦੇ ਨੇ, ਇਹ ਸਰੀਰ ਸਭ ਮੂਲ ਹੈ ਮਾਇਆ। ਮੈਨੂੰ ਪੂਰੀ ਤੁਕ ਯਾਦ ਨਹੀਂ ਆ ਰਹੀ, ਇੱਕ ਸੈਕਿੰਡ ਵੇਟ ਕਰਿਓ ਜੀ। ਇਹ ਸਰੀਰ ਸਭ ਮੂਲ, ਹਾਂਜੀ, ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਏ ਭਰਮੇ ਭੁਲਾਇਆ। ਸਭ ਤੋਂ ਪਹਿਲਾ ਜਿਹੜਾ ਮਾਇਆ, ਅਸੀਂ ਕਹਿੰਦੇ ਮਾਇਆ 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 ਹੈ ਨਾ, ਸਭ ਤੋਂ ਪਹਿਲੀ ਮਾਇਆ ਸਾਡਾ ਆਪਣਾ ਹੀ ਸਰੀਰ ਹੈ। ਗੁਰਬਾਣੀ ਗੁਰੂ ਦੱਸਦੀ ਹੈ, ਅਸੀਂ ਕੋਈ ਘਰੋਂ ਥੋੜਾ ਲੈ ਕੇ ਆਏ ਬਣਾ ਕੇ। ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਏ ਭਰਮ ਭੁਲਾਇਆ। ਕਿਉਂ ਮਾਇਆ? ਕਹਿੰਦੇ ਹਰ ਨਾ ਚੇਤੈ ਸਦਾ ਦੁੱਖ ਪਾਏ, ਬਿਨ ਹਰ ਚੇਤੇ ਦੁੱਖ ਪਾਏਂਦਾ। ਸੋ ਇਹ ਅਸੀਂ ਮਾਇਆ ਦਾ ਜਿਹੜਾ, ਤਾਂ ਕਰਕੇ ਮੈਂ ਕਹਿ ਰਿਹਾ ਕਿ ਦੇਹ ਗੁਰੂ ਨਹੀਂ ਹੁੰਦਾ, ਦੇਹ ਨਹੀਂ ਪਰਮਾਤਮਾ ਹੁੰਦਾ, ਦੇਹ ਦੇ ਵਿੱਚ ਪਰਮਾਤਮਾ ਪ੍ਰਗਟ ਹੁੰਦਾ। ਜਦੋਂ ਅਸੀਂ ਸੂਖਮ ਰੂਪ ਦੇ ਵਿੱਚ ਪਰਮਾਤਮਾ ਨੂੰ ਨਾਮ ਜਪ ਕੇ ਅੰਦਰ ਸ਼ਬਦ ਸੁਰਤ ਦੀ ਖੇਲ ਦੇ ਨਾਲ ਅੰਦਰ ਖੜਾ ਕਰਾਂਗੇ ਸੂਖਮ ਰੂਪ ਦੇ ਨਾਲ। ਸੋ ਇਹ ਹੈ ਬਾਹਰ ਦਾ ਜਿਹੜਾ ਕਹਿ ਵੀ ਉੱਥੇ ਜਾ ਕੇ ਫਲਾਣੇ ਥਾਂ ਤੇ ਜਾਓ, ਉੱਥੇ ਜਾਓ ਯਾਤਰਾ ਤੇ, ਜਾਂ 5 ਤੀਰਥ ਕਰਕੇ ਆਓ ਜੀ। ਕਈ ਦੱਸਦੇ, ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ। ਉੱਥੇ ਕਿਤੇ ਨਹੀਂ ਮਿਲਣਾ, ਉਹ ਕੰਧਾਂ ਹੀ ਨੇ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਉੱਥੇ ਇਹੀ ਹੈ। ਕਿਉਂਕਿ ਗੁਰਬਾਣੀ ਨੇ ਸਾਨੂੰ ਦੱਸਿਆ ਹੀ ਨਹੀਂ ਕਿਤੇ, ਸਾਨੂੰ ਤੇ ਭੁਲੇਖੇ ਪਾਏ ਗਏ ਆ। ਅੱਛਾ, ਹੁਣ ਆਪਾਂ ਇਹ ਘਰ ਦੀ ਗੱਲ ਕਰਦੇ ਹਾਂ। ਸੂਖਮ ਵਿਸ਼ਾ ਤਾਂ ਹੈ, ਘਰ ਦੀ ਗੱਲ ਕਰਦੇ ਹਾਂ। ਕਹਿੰਦੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ। ਹੁਣ ਇੱਥੇ ਜਿਹੜੇ ਦੁਨਿਆਵੀ ਅਰਥ ਇਹਨਾਂ ਨੇ ਕੀਤੇ ਨੇ, ਸਤ ਸੰਗ ਵਿੱਚ ਜਾ ਕੇ ਅਰਜ਼ੋਈਆਂ ਕਰਿਆ ਕਰ, ਉਹ ਸੰਮਤ ਉਹ ਦਿਹਾੜਾ ਮਿਥਿਆ ਹੋਇਆ, ਜਦੋਂ ਪਤੀ ਦੇ ਦੇਸ਼ ਜਾਣ ਲਈ ਮੇਰੇ ਵਾਸਤੇ ਸਾਹੇ ਦੀ ਚਿੱਠੀ ਆਉਣੀ ਹੈ। ਅੱਛਾ ਜੀ, ਇਹ ਇਹਨਾਂ ਨੇ ਸਿੱਧਾ ਹੀ ਜਿਹੜਾ ਇੱਥੇ ਅਰਥ ਕਰ ਦਿੱਤਾ, ਉਹ ਮੌਤ ਦਾ ਅਰਥ ਕਰ ਦਿੱਤਾ। ਪਰ ਸ਼ਬਦ ਹਲੇ ਖਤਮ ਨਹੀਂ ਹੋਇਆ, ਹਲੇ ਅਗਲਾ ਸਟੈਪ ਚੱਲਣਾ ਹੈ। ਘਰ ਘਰ ਇਹੋ ਪਹੁੰਚਾ, ਆਪਾਂ ਹਲੇ ਉਹ ਅਰਥ ਨਹੀਂ ਇਹਦਾ ਕਰਨਾ। ਇਹ ਸੂਖਮ ਵਿਸ਼ਾ ਹੈ। ਇਹਦਾ ਬਣਨਾ ਕੀ ਹੈ ਫਿਰ? ਕਹਿੰਦੇ ਸੰਬਤ ਸਾਹਾ ਲਿਖਿਆ, ਉਹ ਤੇਰੀ ਮਿਲਾਪ ਦੀ ਡੇਟ ਮੁਕਰਰ ਹੈ। ਕਿਉਂਕਿ ਤੂੰ ਤੇ ਨਾਮ ਜਪ ਰਹੇ। ਹੁਣ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਤੈਨੂੰ ਤੇ ਪਤਾ ਲੱਗ ਗਿਆ ਵੀ ਨਾਮ ਜਪਣ ਤੋਂ ਬਿਨਾਂ ਹੋਰ ਕੁਝ ਲੇਖੇ 'ਚ ਹੀ ਨਹੀਂ ਹੈ। ਨਾਮ ਜਪਣ ਤੋਂ ਬਿਨਾਂ ਮੈਂ ਪਰਮਾਤਮਾ ਨੂੰ ਪ੍ਰਗਟ ਹੀ ਨਹੀਂ ਕਰ ਸਕਦਾ ਆਪਣੇ ਅੰਦਰ। ਹਉ ਵਾਰੀ ਜਿਤ ਸੋਲੇ ਸਦਾ ਸੁਖ ਹੋਏ। ਇਸ ਕਰਕੇ ਇੱਥੇ ਜਿਹੜੀ ਅਵਸਥਾ ਆ ਰਹੀ ਹੈ, ਮਿਲ ਕਰ ਪਾਵੋ ਤੇਲ, ਇਹ ਮਾਇਆ ਔਰ ਇਸ ਸਰੀਰ ਨਾਲ ਜੁੜੇ ਜਿਹੜੇ 5 ਚੋਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਤੁਹਾਡੀ ਸੇਵਾ ਦੇ ਵਿੱਚ ਖੜ ਜਾਂਦੇ ਹੈ। ਇਹ ਤੁਹਾਡੇ ਨੌਕਰ ਬਣ ਜਾਂਦੇ ਹੈ। ਮਿਲ ਕਰ ਪਾਵੋ ਤੇਲ, ਉਹ ਫਿਰ ਜਿਹੜਾ ਸਾਡੇ ਕਲਚਰ ਦਾ ਰਿਵਾਜ ਹੈ ਕਿ ਜਦੋਂ ਸਾਹੇ ਦੀ ਚਿੱਠੀ ਆ ਜਾਂਦੀ ਹੈ, ਕੁੜੀ ਨੂੰ ਘਰੋਂ ਬਾਹਰ ਨਹੀਂ ਕੱਢੀਦਾ, ਔਰ ਉਹ ਲੋਕ ਰਿਸ਼ਤੇਦਾਰ ਸਾਰੇ ਮਿਲ ਕੇ ਉਹਦੇ ਸਿਰ 'ਚ ਤੇਲ ਟੱਸਦੇ ਹੈ। ਇਹ ਫਿਰ ਮਾਇਆ ਔਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਭ ਸਾਡੀ ਸੇਵਾ 'ਚ ਖੜ ਜਾਣੇ। ਇਹਨਾਂ ਨੇ ਫਿਰ ਉਹ ਸੂਖਮ ਰੂਪ ਦੇ ਵਿੱਚ ਸਾਡੇ ਸਿਰ ਦੇ ਵਿੱਚ ਤੇਲ ਝੱਸਣਾ। ਦੇਵ ਸੱਜਣ ਸੀਸਣੀਆਂ, ਇਹ ਫਿਰ ਸੱਜਣ ਹੋ ਜਾਣੇ ਆ, ਸਾਰੇ ਮਿੱਤਰ ਬਣ ਜਾਣੇ ਆ ਸਾਡੇ। ਜਿਉ ਹੋਵੇ ਸਾਹਿਬ ਸਿਓ ਮੇਲ, ਫਿਰ ਇਹਨਾਂ ਨੇ ਅਸੀਸਾਂ ਦੇਣੀਆਂ ਸਾਨੂੰ ਕਿ ਤੇਰਾ ਉਸ ਪ੍ਰਭੂ ਪਤੀ ਦੇ ਨਾਲ ਤੇਰਾ ਮਿਲਾਪ ਹੋ ਜਾਏ। ਇਹ ਕਿਉਂ ਇਹਨਾਂ ਨੇ ਮਿਲ ਕੇ ਸਾਡੇ ਸੱਜਣ ਬਣ ਜਾਣਾ? ਕਿਉਂ ਇਹਨਾਂ ਨੇ ਸਾਡੀ ਸੇਵਾ ਕਰਨੀ ਹੈ? ਕਿਉਂਕਿ ਸਾਡੇ ਕੋਲ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਸਾਡੇ ਕੋਲ ਉੱਤਮ ਨਾਮ ਹੈ ਜਿਹਦੀ ਅਸੀਂ ਜਪ ਕੇ ਸੇਵਾ ਕਰਦੇ ਹਾਂ। ਉਹੀ ਨਾਮ ਜਿਹੜਾ ਹੈ, ਉਹੀ ਅਕਾਲ ਪੁਰਖ ਦਾ ਰੂਪ ਹੈ। ਅੱਗੇ ਆਉਣਾ ਸ਼ਬਦ ਦੇ ਵਿੱਚ ਆਪਾਂ ਹੁਣੇ ਡਿਸਕਸ ਕਰਦੇ ਹਾਂ। ਕਿਉਂਕਿ ਮੈਂ ਤੇ ਹੁਣ ਦਿਨ ਰਾਤ ਨਾਮ ਜਪ ਰਿਹਾ,
ਕਾਮ ਕਿੱਥੇ ਮੇਰੇ ਨੇੜੇ ਲੱਗੂ, ਕ੍ਰੋਧ ਕਿੱਥੇ ਮੇਰੇ ਨੇੜੇ ਆਊ, ਲੋਭ ਮੋਹ ਹੰਕਾਰ ਸਭ ਮੈਂ ਵਸ ਕਰ ਦੇਣੇ ਆ, ਬੰਨ ਕੇ ਰੱਖ ਦੇਣਾ ਇਹਨਾਂ ਨੂੰ। ਔਰ ਮਾਇਆ ਸਰੀਰ ਜਿਹੜਾ ਸਭ ਤੋਂ ਪਹਿਲਾਂ ਮਾਇਆ ਦਾ ਰੂਪ ਹੈ, ਇਹਦੇ ਤੋਂ ਤੇ ਮੈਂ ਵੱਖ ਹੋ ਜਾਣਾ, ਇਹਦਾ ਤੇ ਕੋਈ ਲੈਣਾ ਦੇਣਾ ਨਹੀਂ, ਤੇ ਇੱਥੇ ਹੀ ਰਹਿ ਜਾਣਾ। ਪਾਂਚ ਤੱਤ ਕੋ ਤਨ ਰਚਿਓ, ਇਹ ਇੱਥੇ ਹੀ ਲੀਨ ਹੋ ਜਾਣਾ। ਜਦੋਂ ਅਸੀਂ ਸਰੀਰ ਛੱਡਣਾ ਹੈ, ਉਹ ਸਾਡੇ ਰਿਸ਼ਤੇਦਾਰਾਂ ਨੇ ਸਰੀਰ ਨੂੰ ਇੱਥੇ ਫੂਕਣਾ, ਇਹਦੇ ਉੱਤੇ ਜਿੰਨਾ ਵੇਸ, ਜਿੰਨਾ ਆ ਮੇਕਅਪ ਜਾਂ ਹੋਰ ਚੀਜ਼ਾਂ ਇਹਦੇ ਤੇ ਤੁਸੀਂ ਚੜਾਉਣੀਆਂ ਨੇ ਜਾਂ ਚੜਾਈਆਂ ਨੇ, ਉਹ ਸਭ ਇੱਥੇ ਸਵਾਹ ਦੇ ਵਿੱਚ ਪਈਆਂ ਰਹਿਣੀਆਂ ਨੇ, ਕੁਛ ਨਹੀਂ ਨਾਲ ਜਾਣਾ। ਸੋ ਬਜਾਏ ਇਸ ਦੇ ਇਹ ਚੀਜ਼ਾਂ ਠੀਕ ਹੈ, ਆਪਾਂ ਅੱਗੇ ਜਾ ਕੇ ਖੁੱਲ ਕੇ ਜ਼ਿਕਰ ਕਰਾਂਗੇ ਇਹਦਾ, ਜਦੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ, ਹੁਕਮ ਕੀਤਾ। ਹਲੇ ਇੰਨਾ ਹੀ ਹੈ ਕਿ ਨਾਮ ਜਪਣਾ ਬੜਾ ਜ਼ਰੂਰੀ ਹੈ। ਨਾਮ ਅਭਿਆਸ ਤੋਂ ਬਿਨਾਂ ਕੱਖ ਵੀ ਨਹੀਂ ਹੈ। ਜਿੰਨਾ ਮਰਜ਼ੀ ਕਰ ਲਓ ਪਾਠ, ਸੇਵਾ, ਵੇਸ, ਡਿਸਿਪਲਿਨ ਬਣਾ ਲਓ ਜੀ। ਮੈਂ 2 ਵਜੇ ਉੱਠ ਕੇ ਸਰਬਲੋ ਦੀ ਬਾਲਟੀ 'ਚ ਨਹਾ ਕੇ ਜਾਣਾ ਉੱਥੇ, ਤੇ ਫੇਰ ਮੈਂ ਰੌਲ ਤੇ ਬਹਿਣਾ, ਜਿੰਨਾ ਮਰਜ਼ੀ ਕਰ ਲਓ, ਨਾਮ ਨਹੀਂ ਜਪਿਆ, ਸਾਰਾ ਖੂਹ ਖਾਤੇ ਪੈ ਜਾਣਾ। ਠੀਕ ਹੈ ਜੀ। ਇਹਦੇ ਤੇ ਆਪਾਂ ਫੇਰ ਅੱਗੇ ਜਾ ਕੇ ਬਹੁਤ ਸੋਹਣਾ ਜ਼ਿਕਰ ਕਰਨਾ, ਜਿਹੜਾ ਸੰਬਤ ਸਾਹ ਲਿਖਿਆ, ਮਿਲ ਕਰੇ ਪਾਵੋ ਤੇਲ। ਇਹ ਸਾਰੇ ਜਿਹੜੇ ਸੇਵਕ ਬਣ ਜਾਣੇ ਤੁਹਾਡੇ, ਕਿਉਂਕਿ ਅਸੀਂ ਨਾਮ ਜਪਦੇ ਹਾਂ। ਫਿਰ ਕਹਿੰਦੇ ਘਰੇ ਘਰੇ ਇਹੋ ਪਹੁੰਚਾ, ਕਹਿੰਦੇ ਇਹ ਹਰ ਕਿਸੇ ਨੂੰ, ਇਹ ਜਿਹੜਾ ਪਹੁੰਚਾ ਹੈ, ਇਹ ਜਿਹੜੀ ਚਿੱਠੀ ਸਾਹੇ ਦੀ, ਇਹ ਹਰ ਕਿਸੇ ਨੂੰ ਮਿਲ ਸਕਦੀ ਆ। ਹਰ ਕੋਈ ਇੱਥੇ ਜਨਮ ਲੈ ਕੇ, ਉੱਤਮ ਜੂਨ ਲੈ ਕੇ ਨਾਮ ਜਪਣ ਵਾਸਤੇ ਆਇਆ। ਹਰ ਕੋਈ ਨਾਮ ਜਪ ਸਕਦਾ। ਇਹ ਨਹੀਂ ਆ ਵੀ ਕਿਸੇ ਖਾਸ ਨੇ ਨਾਮ ਜਪਣਾ। ਇੱਥੇ ਕਹਿ ਦਿੰਦੇ ਆ ਜੀ, ਉਹ ਤੂੰ ਅੰਮ੍ਰਿਤ ਨਹੀਂ ਛਕਿਆ, ਤੂੰ ਸਾਡੇ ਨਾਲ ਬਹਿ ਨਹੀਂ ਸਕਦਾ, ਤੂੰ ਨਹੀਂ ਕਰ ਸਕਦਾ ਨਾਮ ਅਭਿਆਸ ਸਾਡੇ ਨਾਲ ਬਹਿ ਕੇ। ਉਹ ਭਾਈ, ਉਹਨੂੰ ਤੇ ਪਿਆਰ ਨਾਲ, ਉਹਨੂੰ ਤੇ ਹੱਥਾਂ ਤੇ ਚੁੱਕ ਕੇ ਲੈ ਕੇ ਆਓ, ਉਹਨੂੰ ਬਿਠਾਓ ਆਪਣੇ ਨਾਲ, ਕਿ ਉਹਨੂੰ ਮੱਤ ਆਵੇ, ਉਹਨੂੰ ਪਤਾ ਲੱਗੇ ਵੀ ਇਹ ਗੁਰਬਾਣੀ ਕੀ ਚੀਜ਼ ਹੈ, ਨਾਮ ਕੀ ਚੀਜ਼ ਹੈ। ਅਸੀਂ ਉਹਨੂੰ ਦੂਰੋਂ ਨਕਾਰ ਦਿੰਦੇ ਹਾਂ ਵੀ ਤੂੰ ਸਾਡੇ ਨਾਲ ਬਹਿ ਹੀ ਨਹੀਂ ਸਕਦਾ। ਗਲਤ ਹੈ। ਘਰ ਘਰ ਇਹੋ ਪਹੁੰਚਾ, ਇਹ ਕਾਲ ਪੁਰਖ ਨੇ ਮੌਕਾ ਦਿੱਤਾ ਸਾਨੂੰ। ਸੱਦੜੇ ਨਿਤ ਪਵਨ, ਇਹ ਸੱਦੇ ਨਿਤ ਪੈ ਰਹੇ ਨੇ ਕਿ ਆਓ ਨਾਮ ਜਪੀਏ, ਨਾਮ ਜਪੀਏ। ਮੁੜ ਕੇ ਰਹਾਓ 'ਚ ਜਾਣਾ ਅਸੀਂ। ਸੱਦਣ ਹਾਰਾ ਸਿਮਰੀ ਹੈ, ਕਹਿੰਦੇ ਉਹ ਜਿਹੜਾ ਸੱਦੇ ਦੇ ਰਿਹਾ, ਉਹਨੂੰ ਉਹਦਾ ਸਿਮਰਨ ਤੱਕ ਪਹੁੰਚੀਏ ਅਸੀਂ। ਨਾਮ ਜਪ ਜਪ ਕੇ, ਧਿਆਨ ਲਾ ਲਾ ਕੇ, ਤੀਜੀ ਸਿਮਰਨ ਤੱਕ ਉਹਨੂੰ ਪਹੁੰਚੀਏ। ਨਾਨਕ ਸੇ ਦੇ ਆਵਨ, ਇਹ ਵੀ ਪੋਸੀਬਿਲਿਟੀ। ਇੱਥੇ ਮੌਤ ਮੂਤ ਕੋਈ ਨਹੀਂ ਹੈ। ਇੱਥੇ ਹੈ ਕਿ ਇਹ ਪੋਸੀਬਿਲਿਟੀ ਹੈ, ਉਹ ਦਿਨ ਸਾਡੇ ਵਾਸਤੇ ਵੀ ਆ ਜਾਊਗਾ। ਜੇ ਸਾਨੂੰ ਸੋਝੀ ਪੈ ਰਹੀ ਹੈ ਨਾਮ ਜਪਣ ਦੀ, ਗੁਰਬਾਣੀ ਗਾਉਣ ਦਾ ਸਾਨੂੰ ਪਤਾ ਲੱਗ ਰਿਹਾ ਕਿ ਥੋੜਾ ਜਿਹਾ ਉੱਚੀ ਧੁਨ ਦੇ ਨਾਲ ਨਾਮ ਜਪਣਾ, ਤੇ ਸਾਡਾ ਵੀ ਉਹ ਅਕਾਲ ਪੁਰਖ ਦੇ ਮਿਲਾਪ ਦਾ ਦਿਨ ਆ ਜਾਊਗਾ। ਕਿਉਂ? ਮੁੜ ਕੇ ਰਹਾਓ ਤੇ ਆਜੋ। ਕਹਿੰਦੇ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਲੇ ਸਦਾ ਸੁਖ ਹੋਏ। ਇਹ ਜਿਹੜਾ ਸੁਖ ਹੈ, ਇਹ ਹੈ ਮਿਲਾਪ ਦਾ ਸਮਾਂ, ਜਿਹੜਾ ਖੱਖੇ ਨੂੰ ਮੁਮਕਿਨ ਹੈ। ਡਿਕਲੇਅਰ ਹੋ ਗਿਆ, ਸ਼ਬਦ ਖਤਮ ਹੋ ਗਿਆ, ਔਰ ਮੀਨਿੰਗ ਚੇਂਜ ਹੋ ਗਿਆ। ਉੱਥੇ ਅਕਾਲ ਪੁਰਖ ਦਾ ਮਿਲਾਪ ਆ ਗਿਆ। ਇਹ ਹੈ ਰਹਾਓ। ਰਾਗ ਆਸਾ ਮਹੱਲਾ ਪਹਿਲਾ। 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਧਾਈ ਤੋਏ ਰਹਾਓ। ਵਿਸੇ ਚਸੀਆਂ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਹ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਇੱਥੇ ਸ਼ਬਦ ਪੂਰਾ ਹੋ ਜਾਂਦਾ, 2 ਹੀ ਸਟੈਂਜ਼ੇ ਨੇ। ਤਾਂ ਆਪਾਂ ਇਹਨਾਂ ਨੂੰ ਵੀ ਆਪਾਂ ਥੋੜੇ ਚਿਰ ਥੋੜੇ ਆਪਾਂ ਇਹਨੂੰ ਵਿਚਾਰ ਲੈਂਦੇ। ਅੱਛਾ, ਪਿਛਲਾ ਸ਼ਬਦ ਆਪਾਂ ਵਿਚਾਰ ਲਿਆ। ਹੁਣ ਇਹ ਸ਼ਬਦ ਦਾ ਜਿਹੜਾ ਰਹਾਓ ਹੈ, ਕਹਿੰਦੇ ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਰਹਾਓ, ਰਹਾਓ ਐਕਸਪਲੇਨ ਕਰਦੇ ਆ ਰਹੇ ਹਾਂ ਕਿ ਇਹ ਐਕਸਟ੍ਰੈਕਟ ਆਫ ਦਾ ਸ਼ਬਦ ਹੈ, ਤਤ ਵਸਤੂ ਹੈ। ਸ਼ਬਦ ਸ਼ੁਰੂਆਤ ਵੀ ਇੱਥੋਂ ਕਰਨੀ ਹੈ, ਖਤਮ ਵੀ ਇੱਥੇ ਕਰਨਾ ਹੈ। ਰਹਾਓ ਪੜ੍ਹ ਕੇ ਐਕਸਟ੍ਰੈਕਟ ਆਫ ਸ਼ਬਦ, ਦੈਨ ਗੋ ਟੂ ਫਸਟ ਸਟੈਂਜ਼ਾ। ਉਹ ਵੀ ਬਹੁਤ ਉੱਚ ਕੋਟੀ ਦੀਆਂ ਤੁਕਾਂ ਨੇ, ਲੇਕਿਨ ਇਹ ਡਿਸਿਪਲਿਨ ਹੈ ਬਾਬੇ ਨਾਨਕ ਦੇ ਘਰ ਦਾ। ਉਹਨਾਂ ਨੇ ਇਹ ਬਣਾਇਆ, ਜਿਹੜਾ ਐਕਚੁਅਲ ਤੁਸੀਂ ਜਦੋਂ ਬਾਣੀ ਗਿਆਨ ਲੈਣ ਵਾਸਤੇ ਪੜ੍ਹਨੀ ਹੈ, ਪਹਿਲਾਂ ਰਹਾਓ ਪੜ੍ਹੋ, ਫਿਰ ਪਹਿਲੀ ਤੁਕ, ਫਿਰ ਰਹਾਓ ਦੇ ਵਿੱਚ ਆਓ, ਫਿਰ ਦੂਸਰੀ ਤੁਕ, ਫਿਰ ਰਹਾਓ ਦੇ ਵਿੱਚ ਆਓ। ਜੇ ਸ਼ਬਦ ਖਤਮ ਹੋ ਗਿਆ ਤੇ ਸ਼ਬਦ ਖਤਮ ਹੋ ਜਾਏਗਾ,
ਤੀਜੀ ਪੜੋ ਫਿਰ ਰਹਾਉ ਦੇ ਵਿੱਚ, ਚੌਥੀ ਪੜੋ ਫਿਰ ਰਹਾਉ ਦੇ ਵਿੱਚ। ਇਹ ਵਿਧੀ ਹੈ ਬਾਣੀ ਨੂੰ ਖੋਜਣ ਦੀ। ਜਿੱਦਾਂ ਆਪਾਂ ਨਾਰਮਲ ਘਰ 'ਚ ਪਾਠ ਕਰਦੇ ਹਾਂ, ਜਿੱਦਾਂ ਜ਼ਿਕਰ ਹੋਇਆ ਹੀ ਹੈ, ਉਹ ਨਾਰਮਲ ਰੂਟੀਨ ਦਾ ਪਾਠ ਤੁਸੀਂ ਲਗਾਤਾਰ ਕਰ ਸਕਦੇ ਆ, ਨੋ ਡਾਊਟ। ਜਿੱਦਾਂ ਚੱਲ ਰਿਹਾ ਸਿਸਟਮ ਉੱਦਾਂ ਉਹ ਸੇਵਾ ਆਪ ਜੀ ਠੀਕ ਕਰ ਰਹੇ। ਠੀਕ ਹੈ, ਹੁਣ ਇਹ ਸ਼ਬਦ ਹੈ ਬਾਬਾ ਸ਼ਬਦ ਵਰਤਿਆ ਇੱਥੇ। ਦੇਖੋ ਸ਼ਬਦ ਵਰਤੇ ਨੇ ਭਾਈ ਰੇ, ਭਾਈ ਰਹੋ, ਹੈ ਨਾ, ਸ਼ਬਦ ਆਏ ਨੇ ਭਾਈ ਰੇ ਰਾਮ ਕਹੋ ਚਿਤ ਲਾਏ। ਸੋ ਬਾਬਾ ਸ਼ਬਦ ਕਿਤੇ ਕਿਤੇ ਵਰਤਿਆ ਹੈ। ਸੋ ਇਹ ਨਿਸ਼ਾਨੀ ਆਪਾਂ ਗੁਰਬਾਣੀ ਤੋਂ ਖੋਜਣੀ ਹੈ। ਬਾਬਾ ਜਿਹੜਾ ਲਫ਼ਜ਼ ਹੈ, ਇਹ ਲਫ਼ਜ਼ ਹੈ ਬਹੁਤ ਜਿਹੜੇ ਕਮਾਈ ਵਾਲੇ ਗੁਰਸਿੱਖ ਬ੍ਰਹਮ ਬੇਤੇ ਜਿਹੜੇ ਨੇ, ਜਿਹੜੇ ਬ੍ਰਹਮ ਬੇਤੇ ਨੇ, ਜਿਨ੍ਹਾਂ ਨੂੰ ਬ੍ਰਹਮ ਦੇ ਬਾਰੇ ਜਿਨ੍ਹਾਂ ਨੇ ਪਤਾ ਲਾ ਲਿਆ, ਜਿਨ੍ਹਾਂ ਨੂੰ ਸਮਝ ਆ ਗਈ ਉਸ ਅਕਾਲ ਪੁਰਖ ਦੀਆਂ ਬਾਤਾਂ ਦੀ, ਉਹਨਾਂ ਨੂੰ ਬਾਬਾ ਲਫ਼ਜ਼ ਵਰਤਿਆ ਜਾਂਦਾ ਹੈ ਕਿ ਇਹ ਬ੍ਰਹਮ ਬੇਤੇ ਨੇ, ਬ੍ਰਹਮ ਦੀ ਜਾਣਕਾਰੀ ਰੱਖਦੇ ਨੇ। ਸੋ ਇੱਥੇ ਰਹਾਉ ਦੀ ਤੁਕ ਦੇ ਵਿੱਚ ਸ਼ਬਦ ਆਇਆ, ਭਾਈ ਨਹੀਂ ਆਇਆ, ਭੈਣ ਨਹੀਂ ਆਇਆ, ਭੈਣ ਵੀ ਲਫ਼ਜ਼ ਆਇਆ, ਗੁਰਮੁਖ ਨਾਮ ਜਪੋ ਮੇਰੀ ਭੈਣਾ, ਹੈ ਨਾ, ਕਈ ਥਾਂ ਤੇ ਲਫ਼ਜ਼ ਆਇਆ ਇੱਦਾਂ ਦਾ। ਆਪਾਂ ਉਹ ਜਿਉਂ ਜਿਉਂ ਮੈਂ ਦੱਸਿਆ ਵੀ ਅੱਗੇ ਚੱਲਾਂਗੇ ਤਿਉਂ ਤਿਉਂ ਆਪਾਂ ਨੂੰ ਇਹ ਚੀਜ਼ਾਂ ਪਤਾ ਲੱਗਣਗੀਆਂ। ਇਹ ਬਾਬਾ ਲਫ਼ਜ਼ ਇੱਥੇ ਕਿਉਂ ਆਇਆ? ਪਹਿਲਾਂ ਤਾਂ ਇਹਦੀ ਵਿਚਾਰ ਹੈ ਕਿ ਭਾਵੇਂ ਨਾਮ ਅਭਿਆਸ ਕਰ ਕਰਕੇ, ਕਮਾਈ ਕਰ ਕਰਕੇ ਅਵਸਥਾ ਜਿੰਨੀ ਵੀ ਉੱਚੀ ਹੋ ਜਾਏ, ਇਹ ਅਕਾਲ ਪੁਰਖ ਦੀ ਕੀਰਤੀ, ਅਕਾਲ ਪੁਰਖ ਦਾ ਨਾਮ, ਅਕਾਲ ਪੁਰਖ ਦਾ ਨਾਮ ਅਭਿਆਸ ਰਸਨਾ ਦੇ ਨਾਲ ਇਹ ਕਰਨਾ ਹੀ ਹੈ, ਇਹ ਨਹੀਂ ਛੱਡਣਾ। ਸੋ ਬ੍ਰਹਮ ਬੇਤਾ ਦੀ ਅਵਸਥਾ ਆ ਗਈ, ਬਾਬਾ ਦੀ ਅਵਸਥਾ ਆ ਗਈ, ਤੇ ਕਈ ਫਿਰ ਉੱਥੇ ਜਾ ਕੇ ਰਿੱਧੀਆਂ ਸਿੱਧੀਆਂ ਵੀ ਆਉਂਦੀਆਂ ਨੇ। ਬਾਬਾ ਬਚਨ ਕਹਿ ਦਿੰਦਾ, ਪੂਰਾ ਹੋ ਜਾਂਦਾ, ਗੁੱਡੀ ਆਈ ਹੈ ਜੀ, ਬਾਬਾ ਜੀ ਅਰਦਾਸ ਕਰੋ ਮੇਰੇ ਮੁੰਡਾ ਹੋ ਜੇ। ਬਾਬੇ ਨੇ ਅਰਦਾਸ ਕੀਤੀ, ਮੁੰਡਾ ਹੋ ਜਾਂਦਾ, ਬਾਕੀ ਬਚਨ ਸੱਚਾ ਹੋ ਜਾਂਦਾ। ਇੱਦਾਂ ਦਾ ਹੋਇਆ, ਸਾਡੇ ਸਾਹਮਣੇ ਵੀ ਕਈ ਵਾਰ ਹੋਇਆ, ਹੁਣ ਵੀ ਵਰਤੇ ਹੈ। ਸੋ ਇਹ ਚੀਜ਼ਾਂ ਹੁੰਦੀਆਂ ਨੇ, ਬ੍ਰਹਮ ਬੇਤਿਆਂ ਦੀ ਅਵਸਥਾ ਹੁੰਦੀ ਹੈ। ਪਰ ਇੱਥੇ ਲਫ਼ਜ਼ ਤਾਂ ਲਿਖਿਆ ਹੈ ਕਿ ਜੇਕਰ ਉਹ ਅਵਸਥਾ ਆ ਵੀ ਜਾਵੇ ਤਾਂ ਵੀ ਜਿਹੜਾ ਨਾਮ ਜਪਣਾ ਇੰਪੋਰਟੈਂਟ ਹੈ। ਤਾਂ ਜੋ ਦੋ ਲਫ਼ਜ਼ ਬਾਣੀ ਚ ਆਏ ਨੇ, ਇੱਕ ਲਫ਼ਜ਼ ਆਇਆ ਰੰਗ ਤੇ ਇੱਕ ਰਤਾ। ਹਾਂਜੀ, ਸੋ ਰੰਗ ਜਿਹੜਾ ਹੈ ਕਿ ਨਾਮ ਰੰਗ ਦੇ ਵਿੱਚ ਰੰਗੀ ਹੋਈ ਰੂਹ ਹੈ ਨਾ। ਆਪਾਂ ਆਮ ਕਿਤਾਬਾਂ ਚ ਇਹਨਾਂ ਨੇ ਜਿਨ੍ਹਾਂ ਨੇ ਰਾਈਟਰਾਂ ਨੇ ਕਿਤਾਬਾਂ ਲਿਖੀਆਂ ਉਹ ਚ ਬੜੀ ਨਾਮ ਦੇ ਵਿੱਚ ਰੰਗੀ ਹੋਈ ਰੂਹ ਸੀ। ਅੱਛਾ, ਜਿਹੜਾ ਰੰਗ ਹੈ ਉਹ ਰੰਗ ਹੈ ਕੱਚਾ ਰੰਗ, ਕਸੁੰਭ ਕਾ ਥੋੜੜਿਆਂ ਦਿਨ ਚਾਰ ਜੀਓ। ਕੋਈ ਭੁਲੇਖਾ ਪੈ ਗਿਆ, ਟਪਲਾ ਪੈ ਗਿਆ, ਗਲਤੀ ਵੱਡੀ ਕਰ ਲਈ, ਉਹ ਰੰਗ ਉਤਰ ਜਾਣਾ, ਉਹ ਰੰਗੀ ਰੂਹ ਨੇ ਪਿੱਛੇ ਨੂੰ ਵਾਪਸ ਆ ਜਾਣਾ। ਅੱਛਾ, ਇਸ ਤੋਂ ਬਾਅਦ ਸਟੇਜ ਹੈ ਰੱਤਾ। ਰੱਤਾ, ਰੱਤਾ ਮੇਰਾ ਚੋਲਾ ਸੱਦ ਰੰਗ ਢੋਲਾ। ਜਿਹੜੀ ਰੱਤੇ ਦੀ ਸਟੇਜ ਹੈ ਉਹ ਇੱਕ ਮਿਕ ਅਕਾਲ ਪੁਰਖ ਦੇ ਜਿਹੜੇ ਗੁਣ ਨੇ ਉਸ ਅਭਿਆਸੀ ਦੇ ਅੰਦਰ ਹੋਣਗੇ, ਤੇ ਉਹ ਮੁੜ ਕੇ ਰੱਤੇ ਦੀ ਸਟੇਜ ਤੋਂ ਮਿਲਤ 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 ਮਿਲ ਰਿਹਾ, ਉਹ ਫਿਰ ਪਿੱਛੇ ਨਹੀਂ ਜਾਏਗਾ। ਠੀਕ ਹੈ, ਰੰਗਿਆ ਜਿਹੜੀ ਰੰਗੀ ਹੋਈ ਰੂਹ ਹੈ ਉਹ ਪਿੱਛੇ ਨੂੰ ਜਾ ਸਕਦੀ ਹੈ, ਮੁੜ ਕੇ ਜ਼ੀਰੋ ਤੇ ਵੀ ਜਾ ਸਕਦੀ ਹੈ। ਜਿਹੜੀ ਰੱਤੀ ਹੋਈ ਰੂਹ ਹੈ, ਰੱਤਾ ਉਹ ਸਟੇਜ ਹੈ ਜਿੱਥੇ ਜਾ ਕੇ ਇਹ ਬ੍ਰਹਮ ਗਿਆਨ ਦੀਆਂ ਝਲਕਾਂ ਜਿਹੜੀਆਂ ਨੇ ਉਹ ਜਿਹੜਾ ਸਭ ਤੋਂ ਪਹਿਲਾ ਕੰਮ ਹੀ ਉਹ ਰੂਹ ਦੇ ਅੰਦਰ ਜਿਹੜਾ ਨਾ ਇੱਕ ਗਿਆਨ ਦੀ ਜੋਤ ਜਗ ਜਾਂਦੀ ਹੈ ਅੰਦਰ। ਅਵੱਲੀਆਂ ਗੱਲਾਂ ਜਿਹਨੂੰ ਆਪਾਂ ਆਪਣੇ ਪੰਜਾਬੀ ਚ ਲਫ਼ਜ਼ ਯੂਜ਼, ਬੜੀਆਂ ਅਵੱਲੀਆਂ ਗੱਲਾਂ ਕਰਦਾ ਪਈ, ਇਹ ਬਾਬੇ ਨਾਨਕ ਦੀਆਂ ਅਵੱਲੀਆਂ ਹੀ ਗੱਲਾਂ ਸੀਗੀਆਂ। ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਕੀ ਯਾਰ ਪਾਣੀ ਦੇਈ ਜਾਂਦੇ, ਸੂਰਜ ਨੂੰ ਕਿੱਥੇ ਪਾਣੀ ਪਹੁੰਚਦਾ, ਉਹਨਾਂ ਨੇ ਗੜਵੀ ਚੁੱਕ ਕੇ ਦੂਜੇ ਬੰਨੇ ਮੂੰਹ ਕਰਕੇ ਜਦੋਂ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ, ਕਲੀਅਰ ਕਰਤਾ ਉਹਨਾਂ ਨੂੰ। ਕਹਿੰਦੇ ਕੋਈ ਨਹੀਂ ਪਾਣੀ ਸੂਰਜ ਸਾਹਿਬ ਨੂੰ ਪਹੁੰਚਦਾ, ਸੂਰਜ ਨੇ ਆਪੇ ਹੀ ਲੈਣਾ, ਭਾਫ ਬਣ ਕੇ ਆਪੇ ਹੀ ਚੱਲ ਜਾਣਾ ਪਾਣੀ, ਜਿੰਨਾ ਕੁ ਤਾਂ ਨੂੰ ਜਾਣਾ, ਤੁਸੀਂ ਆਪਣਾ ਨਾਮ ਜਪੋ, ਇਹ ਵਹਿਮਾਂ ਵੂਮਾਂ ਚ ਨਾ ਪਾਓ। ਇਹ ਸੀ ਅਵੱਲੀਆਂ ਗੱਲਾਂ। ਸੋ ਬਾਬਾ ਲਫ਼ਜ਼ ਹੈ, ਬਾਬੇ ਲਫ਼ਜ਼ ਦੀ ਅਵਸਥਾ ਬੜੀ ਉੱਚੀ ਹੈ, ਬ੍ਰਹਮ ਬੇਤਾ ਹੈ। ਪਰ ਇਹ ਕਲੀਅਰ ਕਰਤਾ ਗੁਰਬਾਣੀ ਨੇ ਕਿ ਜੇ ਤੂੰ ਉੱਚਾ ਹੋ ਵੀ ਗਿਆ, ਨਾਮ ਜਪਣੋਂ ਨਹੀਂ ਹਟਣਾ ਜਿੰਨਾ ਚਿਰ ਤੇਰੇ ਸਰੀਰ ਦੇ ਵਿੱਚ ਜਾਨ ਹੈ
ਔਰ ਜਿੰਨਾ ਚਿਰ ਇਹ ਸਰੀਰ ਜਿਹੜਾ ਹੈ ਜਿਉਂਦਾ ਹੈ ਉਹਨਾਂ ਚਿਰ ਰਸਨਾ ਦੇ ਨਾਲ ਨਾਮ ਜਪਣਾ। ਕਹਿੰਦੇ ਬਾਬਾ ਜੈ ਘਰ ਕਰਤੇ ਕੀ ਕੀਰਤ ਹੋਏ। ਕਹਿੰਦੇ ਜਿਸ ਘਰ ਦੇ ਵਿੱਚ, ਜਿਸ ਸਰੀਰ ਦੇ ਵਿੱਚ ਉਸ ਕਰਤੇ ਪੁਰਖ ਦਾ ਨਾਮ ਜਪਿਆ ਜਾ ਰਿਹਾ ਹੈ, ਸੋ ਘਰ ਰਾਖ ਵਡਾਈ ਤੋਏ। ਉਸ ਘਰ ਦੀ ਸੰਭਾਲਣਾ ਦੀ ਅਰਦਾਸ ਹੈ। ਅਵਸਥਾ ਭਾਵੇਂ ਉੱਚੀ ਹੋ ਗਈ ਹੈ, ਪਰ ਪਤਾ ਨਹੀਂ ਕਿੱਥੇ ਟਪਲਾ ਖਾ ਕੇ ਅਸੀਂ ਥੱਲੇ ਡਿੱਗ ਜਾਣਾ। ਉਹਦੀ ਕਿਰਪਾ ਸੰਭਾਲਣਾ ਕਰਤੇ ਪੁਰਖ ਜੀ ਆਪ ਹੀ ਕਰੋ। ਸੋ ਘਰ ਰਾਖ ਵਡਾਈ ਤੋਏ, ਕਿਉਂਕਿ ਇਹ ਵਡਾਈ ਆਪ ਜੀ ਦੀ ਹੀ ਹੈ। ਇਹ ਹੈ ਰਹਾਉ ਸ਼ਬਦ ਦਾ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਇਹ ਉਹਦੀ ਰੱਖਣਾ, ਪਾਲਣਾ, ਉਹਦੇ ਤੇ ਕਿਰਪਾ, ਇਹ ਸਾਰਾ ਰਾਖ ਦੇ ਵਿੱਚ, ਕਿਉਂਕਿ ਖੱਖੇ ਨੂੰ ਔਂਕੜ ਹੈ, ਇਹ ਸਾਰਾ ਰਾਖ ਦੇ ਵਿੱਚ ਆਉਣਾ ਹੈ ਆਸਰਾ। ਉਸ ਨੂੰ ਪਰਮਾਤਮਾ ਹੱਥ ਦੇ ਕੇ ਕਿਰਪਾ ਕਰਦਾ ਹੈ। ਇਹ ਹੈ ਰਹਾਉ। ਦੂਸਰੀ ਗੱਲ ਸ਼ੁਰੂ ਹੁੰਦੀ 6 ਘਰ 6 ਗੁਰ 6 ਉਪਦੇਸ਼। ਇਹ ਸਨਾਤਨ ਧਰਮ ਦਾ ਪਾਠ ਹੈ ਕਿ ਉਹਨਾਂ ਦੇ 6 ਸ਼ਾਸਤਰ, 6 ਹੀ ਉਹਨਾਂ ਦੇ ਗੁਰ ਤਰੀਕੇ ਜਾਂ ਗੁਰੂ ਕਹਿ ਲਓ, ਤੇ 6 ਹੀ ਉਹਨਾਂ ਦੇ ਵੱਖਰੇ ਉਪਦੇਸ਼। ਇਹ ਜਿਹੜਾ ਹੈ ਸਨਾਤਨ ਧਰਮ ਦਾ ਇਹ ਇੱਕ ਪਾਠ ਸੀ। ਉੱਥੇ ਇਹ ਸਿਸਟਮ ਇਸ ਤਰ੍ਹਾਂ ਚੱਲਦਾ ਸੀ, 6 ਘਰ 6 ਗੁਰ 6 ਉਪਦੇਸ਼। ਸੋ ਇਸ ਨੂੰ ਗੁਰਬਾਣੀ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦੀ ਤੁਕ ਆਉਂਦੀ ਹੈ। ਉਹ ਕਹਿੰਦੇ ਹੈ, ਨਵ 6 ਖੱਟ ਬੋਲੇ ਮੁਖ ਆਗਰ, ਮੇਰਾ ਹਰ ਪ੍ਰਭ ਇਵ ਨਾ ਪਤੀਨੇ। ਕਹਿੰਦੇ 6 ਘਰਾਂ ਦਾ ਤੂੰ ਗਿਆਨ ਲੈ ਲਾ, ਭਾਵੇਂ ਸ਼ਾਸਤਰਾਂ ਦਾ, 6 ਗੁਰੂਆਂ ਦੇ ਤੂੰ ਚੇਲਾ ਬਣ ਕੇ ਦੇਖ ਲਾ, 6 ਉਪਦੇਸ਼ ਭਾਵੇਂ ਤੂੰ ਲੈ ਲਾ, ਪਰ ਨਵ 6 ਖੱਟ ਬੋਲੇ ਮੁਖ ਆਗਰ, ਜੇ ਤੈਨੂੰ ਜ਼ੁਬਾਨੀ ਯਾਦ ਵੀ ਹੋ ਗਏ, ਮੂੰਹ ਨਾਲ ਤੂੰ ਪਾਠ ਵੀ ਕਰ ਰਿਹਾ ਉਹਨਾਂ ਦਾ, ਮੇਰਾ ਹਰ ਪ੍ਰਭ ਇਵ ਨਾ ਪਤੀਨੇ। ਉਹ ਰੱਬ ਤੇ ਕੋਈ ਅਸਰ ਨਹੀਂ, ਉਹਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਉਹਨੇ ਘੱਲਿਆ ਹੀ ਤੈਨੂੰ ਨਾਮ ਜਪਣ ਵਾਸਤੇ ਆ। ਤੂੰ ਨਾਮ ਕਿਉਂ ਨਹੀਂ ਜਪਦਾ? ਕਿਹੜੇ ਚੱਕਰਾਂ ਚ ਪਿਆ ਆ? 6 ਘਰ 6 ਗੁਰ 6 ਉਪਦੇਸ਼, ਕੀ ਲੈਣਾ ਕੀ ਇਹਨਾਂ ਤੋਂ? ਇਸ ਸਨਾਤਨ ਮਤ ਤੇ ਸਿੱਧੀ ਚੋਟ ਕੀਤੀ ਉਹਨਾਂ ਨੇ ਕਿ ਯੂ ਆਰ ਵੇਸਟਿੰਗ ਯੋਰ ਟਾਈਮ। ਤੁਹਾਡੇ ਤੇ ਅਕਾਲ ਪੁਰਖ ਨੇ ਗੁਰ ਪ੍ਰਸਾਦ ਕੀਤਾ, ਤੁਹਾਨੂੰ ਜਨਮ ਮਿਲਿਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਆਈ ਹੈ, ਸਾਨੂੰ ਜੂਨ ਮਿਲੀ ਹੈ, ਇਹਦਾ ਅਵਰ ਕਾਜ ਤੇਰੇ ਕੀਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਓਨਲੀ ਐਂਡ ਓਨਲੀ ਨਾਮ ਇਜ਼ ਪਰਵਾਨ। ਉਸ ਕਰਤੇ ਪੁਰਖ ਦੇ ਘਰ ਦੇ ਵਿੱਚ ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨਣਾ। ਨਾਲ ਜਾਣਾ ਹੀ ਤੇ ਮੰਨਣਾ ਕਿੱਥੋਂ? ਰਹਿ ਇੱਥੇ ਜਾਣਾ। ਇਹ ਉਹਦੇ ਮੂੰਹ ਸੇ। ਇਹ ਰਿਲੇਟਿਵ ਸਟੱਡੀ ਗੁਰਬਾਣੀ ਦੀ, ਤਾਂ ਮੈਂ ਇੰਪੋਰਟੈਂਟ ਕਹਿ ਰਿਹਾ ਕਿ ਹਰ ਚੀਜ਼, ਹਰ ਸ਼ਬਦ ਦਾ ਗਿਆਨ ਬੜਾ ਇੰਪੋਰਟੈਂਟ ਹੈ। ਗਿਆਨ ਕਾ ਬੱਧਾ ਮਨ ਰਹਿ। ਇਹ ਮਨ ਨੇ ਵੀ ਗਿਆਨ ਦੇ ਨਾਲ ਹੀ ਸੋਝੀ ਆਉਣੀ ਹੈ। ਇੱਕ ਬੰਦਾ ਸਕੂਲੇ ਨਾ ਭੇਜੋ, ਪਿੰਡ 'ਚ ਡੰਗਰ ਡੁੰਗਰ ਚਾਰਦਾ ਰਹੇ ਬੰਦਾ, ਉਹਦੀ ਅਕਲ ਤੇ ਇੱਕ ਜਿਹਨੇ PhD ਕਰ ਲਈ ਹੈ ਉਹਦੀ ਅਕਲ ਦਾ ਕੰਪੈਰੀਜ਼ਨ ਆਪਾਂ ਕਿੱਥੇ ਕਰਾਂਗੇ? ਇਸ ਕਰਕੇ ਐਜੂਕੇਸ਼ਨ, ਮਨ ਨੂੰ ਸਮਝਾਉਣਾ, ਮਨ ਨੂੰ ਗਿਆਨ ਬੜਾ ਜ਼ਰੂਰੀ ਹੈ। ਇਹ ਗਿਆਨ ਲੈਣ ਵਾਸਤੇ ਪੁਰਾਣੇ ਦਿਨਾਂ ਦੇ ਵਿੱਚ ਵੱਡੇ ਵੱਡੇ ਮੱਠ ਹੁੰਦੇ ਸੀ। ਸਨਾਤਨੀ ਸਮੇਂ ਦੇ ਵਿੱਚ ਉਹ ਬੱਚੇ ਉੱਥੇ ਕਈ ਸਾਲਾਂ ਬੱਧੀ ਆਪਣੀ ਐਜੂਕੇਸ਼ਨ ਕਰਦੇ ਸੀ। ਫਿਰ ਇਹ ਉੱਥੇ ਸ਼ਸਤਰ ਵਿੱਦਿਆ ਸਿੱਖ ਕੇ ਆਉਂਦੇ ਸੀ। ਫਿਰ ਉੱਥੇ ਮਤਲਬ ਜਿੰਨੀ ਵੀ ਐਜੂਕੇਸ਼ਨ ਦਾ ਕੰਮ, ਸਕੂਲ ਮਦਰਸੇ ਨਹੀਂ ਸੀ, ਯੂਨੀਵਰਸਿਟੀਆਂ ਨਹੀਂ ਸੀ, ਪੁਰਾਣੇ ਮਦਰਸੇ ਹੁੰਦੇ ਸੀ ਮੁਸਲਮਾਨਾਂ ਦੇ, ਹਿੰਦੂਆਂ ਦੇ ਜਿਹੜੇ ਉਹ ਮੱਠ ਹੁੰਦੇ ਸੀ, ਉੱਥੇ ਜਾ ਕੇ ਉਹ ਸਿੱਖਿਆ ਲਈ ਜਾਂਦੀ ਸੀ। ਸੋ ਇਹ ਤਾਂ ਇੱਥੇ ਜ਼ਿਕਰ ਕੀਤਾ ਕਿ ਉਹ ਬਾਬੇ ਨਾਨਕ ਨੇ ਚੋਟ ਮਾਰੀ ਕਿ ਯਾਰ ਕੰਮ ਤੇ ਇੱਕੋ ਹੀ ਕਰਨਾ, ਨਾਮ ਜਪਣ ਦਾ, ਇਹਦਾ ਕੋਈ ਫਾਇਦਾ ਨਹੀਂ ਆ। ਆਪਣਾ ਜ਼ਿੰਦਗੀ ਦਾ ਵਡਮੁੱਲਾ ਸਮਾਂ ਵੇਸਟ ਨਾ ਕਰੋ, ਇਹਨਾਂ 'ਚ ਕੋਈ ਫਾਇਦਾ ਨਹੀਂ ਹੈ। ਸੋ ਆਪਾਂ ਗੁਰੂ ਰਾਮਦਾਸ ਸਾਹਿਬ ਦੀ ਤੁਕ ਲਈ ਹੈ ਕਿ ਨਵ 6 ਖੱਟ ਬੋਲੇ ਮੁਖ ਆਗਰ, ਮੇਰਾ ਹਰ ਪ੍ਰਭ ਏਵ ਨਾ ਪਤੀਨੇ। ਤੇ ਪਤੀਨਾ ਕਿੱਦਾਂ? ਉਹਨੇ ਜਨ ਨਾਨਕ ਹਰ ਹਿਰਦੇ ਸਦ ਧਿਆਵੋ, ਇਉਂ ਹਰ ਪ੍ਰਭ ਮੇਰਾ ਭੀਨੇ। ਏਦਾਂ ਭਿੱਜਣਾ, ਏਦਾਂ ਉਹਦੇ ਤੇ ਜਾ ਕੇ ਕਿਤੇ ਅਸਰ ਹੋਣਾ। ਹੁਣ ਦੂਸਰੀ ਐਗਜ਼ਾਮਪਲ, ਵਾਹਿਗੁਰੂ,
प्रणवत नानक अगम सुनाए, गुर चेले की संध मिलाए, दीखिया दारू भोजन खाए, छे दर्शन की सोझी पाए। कहते नाम जप, ये तेन सारे आपे पता लग जाने। नाम दे विच ही इन्नी शक्ति, इन्ना पावर है, क्योंकि नाम ही गुरु है। तां अगली तुक लिखी है, गुर गुर एको वेस अनेक। ਉਹ ਜਿਹੜੇ ਇੱਕ ਦੀ ਗੱਲ ਅਸੀਂ ਕਰਦੇ ਆ, ਇੱਥੇ ਤਾਂ 2 ਵਾਰ ਗੁਰ ਰਾਰੇ ਨੂੰ ਔਂਕੜ, ਗੁਰ ਰਾਰੇ ਨੂੰ ਔਂਕੜ 2 ਵਾਰ ਤਾਂ ਲਿਖਿਆ ਕਿ ਜਿਹੜਾ ਅਸੀਂ ਇਹ ਸ਼ਬਦ ਦਾ ਅਭਿਆਸ ਕਰਨਾ ਹੈ, ਇਹ ਹੀ ਇੱਕ ਦਾ ਰੂਪ ਹੈ। ਪਰ ਉਹਦੇ ਜਿਹੜੇ ਵੇਸ ਨੇ ਉਹ ਅਨੇਕ ਨੇ। ਵੇਸ ਹੁੰਦਾ ਡਿਸਿਪਲਨ। ਉਸ ਇੱਕ ਪ੍ਰਭੂ ਦੇ ਕਈ ਅਨੇਕਾਂ ਵੇਸ ਨੇ, ਉਹਦੇ ਕਈ ਰੂਪ ਨੇ। ਡਿਸਿਪਲਨ, ਜਿਸ ਤਰ੍ਹਾਂ ਪਾਣੀ ਵਗ ਰਿਹਾ, ਬੜੀਆਂ ਨਦੀਆਂ ਮਿਲ ਰਹੀਆਂ ਨੇ, ਪਰ ਉਹ ਅੰਤ ਨੂੰ ਇੱਕ ਥਾਂ ਤੇ ਜਾ ਕੇ ਸਮੁੰਦਰ 'ਚ ਡਿੱਗ ਜਾਂਦੇ ਨੇ ਸਾਰੇ ਦਰਿਆ। ਜਿਸ ਤਰ੍ਹਾਂ ਇੱਕ ਮਾਊਂਟੇਨ ਦੀ ਚੋਟੀ ਹੋਵੇ, ਕੋਈ ਇੱਧਰੋਂ ਸੱਜਿਓਂ ਖੱਬਿਓਂ ਚੜ ਰਿਹਾ, ਕੋਈ ਪਿੱਛਿਓਂ ਚੜ ਰਿਹਾ, ਕੋਈ ਅੱਗਿਓਂ, ਉਹ ਜਾ ਕੇ ਚੋਟੀ ਤੇ ਉਹਨਾਂ ਨੇ ਇੱਕ ਥਾਂ ਤੇ ਇਕੱਠੇ ਹੋਣ। ਏਦਾਂ ਗੁਰ ਗੁਰ ਇੱਕੋ, ਜਿਹੜਾ ਅਕਾਲ ਪੁਰਖ ਹੈ ਉਹ ਇੱਕੋ ਹੈ, ਪਰ ਉਹਦੇ ਜਿਹੜੇ ਡਿਸਿਪਲਨ ਨੇ ਉਹ ਅਨੇਕ ਨੇ। ਕ੍ਰਿਸਚਨ ਧਰਮ ਹੈ, ਉਹਦੀ ਆਪਣੀ ਵਿਧੀ ਹੈ, ਨਾਮ ਉਹਨਾਂ 'ਚ ਵੀ ਹੈ, ਵਰਡ ਦੀ ਗੱਲ ਉਹ ਵੀ ਕਰਦੇ ਆ। ਯਹੂਦੀ ਨੇ ਯਹੋਵਾ ਜਪਦੇ ਆ, ਮੁਸਲਮਾਨ ਧਰਮ ਹੈ ਉਹ ਅੱਲਾ ਅੱਲਾ ਜਪਦੇ, ਅੱਲਾਹੂ। ਹਿੰਦੂ ਧਰਮ ਹੈ, ਉੱਥੇ ਰਾਮ ਰਾਮ ਦਾ ਨਾਮ ਜਪਿਆ ਜਾਂਦਾ। ਇਸੇ ਤਰ੍ਹਾਂ ਮਹੱਲਾ ਪਹਿਲਾ ਇੱਥੇ ਇਹ ਕਲੀਅਰ ਕਰਦੇ ਆ ਕਿ ਗੁਰ ਗੁਰ ਏਕੋ ਵੇਸ ਅਨੇਕ। ਕਰਤਾ ਪੁਰਖ ਨੂੰ ਇੱਕ ਨਾਮ ਦੇ ਨਾਲ ਹੀ ਅਸੀਂ ਪਾ ਸਕਦੇ ਹਾਂ, ਔਰ ਉਹਦੇ ਵਿੱਚ ਹੀ ਫਿਰ ਜਿਹੜੇ 6 ਘਰ, 6 ਗੁਰ, 6 ਉਪਦੇਸ਼, ਅਸੀਂ ਉਹ ਸਾਰਾ ਹਾਸਲ ਗਿਆਨ ਕਰ ਸਕਦੇ ਹਾਂ। ਅੱਛਾ, ਰਹਾਉ ਦੀ ਤੁਕ ਤੇ ਆਓ, ਬਾਬਾ ਜੈ ਘਰ ਕਰਤੇ ਕੀ ਕੀਰਤ। ਜਿਹੜੇ ਸਰੀਰ ਦੇ ਵਿੱਚ ਉਸ ਅਕਾਲ ਪੁਰਖ ਦਾ ਨਾਮ ਜਪਿਆ ਜਾ ਰਿਹਾ, ਉੱਥੇ ਚੀਜ਼ਾਂ ਆਪੇ ਹੀ ਉਹਨੇ ਰੱਖਣਾ। ਸੋ ਘਰ ਰਾਖ, ਉਹ ਰੱਖੇਗਾ। ਉਹ ਸਾਰਾ ਗਿਆਨ, ਸਾਰਾ ਪ੍ਰਭੂ ਦਾ ਸੂਖਮ ਜਾਂ ਦ੍ਰਿਸ਼ਟਮਾਨ ਤੇ ਹੈ ਹੀ ਨਹੀਂ ਨਾ, ਦ੍ਰਿਸ਼ਟਮਾਨ ਤੇ ਜ਼ੀਰੋ ਹੀ ਕਰ ਦਿਓ। ਜਿਹੜਾ ਸੂਖਮ ਸਫ਼ਰ ਹੈ ਅਕਾਲ ਪੁਰਖ ਨੂੰ ਮਿਲਣ ਦਾ, ਉਹ ਫਿਰ ਕਰਤਾ ਪੁਰਖ ਆਪ ਰੱਖੇਗਾ, ਕਿਉਂਕਿ ਉਹ ਘਰ ਦੇ ਵਿੱਚ ਨਾਮ ਦੀ ਸੇਵਾ ਹੋ ਰਹੀ ਹੈ, ਉਹ ਸਰੀਰ ਦੇ ਵਿੱਚ ਨਾਮ ਦੀ ਸੇਵਾ ਹੋ ਰਹੀ ਹੈ। ਇਹੀ ਕਰਤੇ ਪੁਰਖ ਦੀ ਵਡਿਆਈ ਹੈ, ਉਹ ਆਪੇ ਰੱਖੇਗਾ। ਇਹ ਜ਼ਿੰਮੇਵਾਰੀ ਫਿਰ ਉਹਦੀ ਬਣ ਜਾਂਦੀ ਹੈ। ਅੱਗੇ ਚਲੀਏ। ਵਿਸੇ ਚੱਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੁਆ। ਇਹ ਕੀ ਹੈ? ਇਹ ਹੈ ਅੱਖ ਦੇ 15 ਫੋਰ ਇੱਕ ਵਿਸਾ। ਵਿਸੇ 15 ਵਿਸੇ is equal to ਇੱਕ ਚਸਾ। 30 ਚਸੇ is equal to ਇੱਕ ਪਲ। 60 ਪਲ is equal to ਇੱਕ ਘੜੀ। 7.5 ਘੜੀਆਂ is equal to ਇੱਕ ਪੈਰ। 8 ਪੈਰ is equal to ਇੱਕ ਦਿਨ ਤੇ ਰਾਤ। 15 ਥਿੱਤਾਂ is 7 ਵਾਰਾਂ। 12 ਮਹੀਨੇ 6 ਰੁੱਤਾਂ। ਇਹ ਪੁਰਾਣੇ ਟਾਈਮ ਦੇ ਯੂਨਿਟਸ ਨੇ। ਹਰ ਅੱਖਰ ਹੈ, ਹਰ ਅੱਖਰ ਦਾ ਵੱਖਰਾ ਮੀਨਿੰਗ ਹੈ। ਵਿਸੇ ਚੱਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹ। ਮਾਹ ਕਹਿੰਦੇ ਮਹੀਨੇ ਨੂੰ। ਹੋਆ, ਇਹ ਵੱਖਰੇ ਵੱਖਰੇ ਵੇਸ ਅਨੇਕ ਨੇ, ਕਿਉਂਕਿ ਅਸੀਂ ਵੇਸ ਦੀ ਗੱਲ ਕਰਕੇ ਆਏ ਹਾਂ। ਉਹਦੇ ਡਿਸਿਪਲਿਨ ਵੱਖਰੇ ਵੱਖਰੇ ਨੇ, ਪਰ ਸੂਰਜ ਇੱਕੋ, ਰੁੱਤ ਅਨੇਕ। ਕਰਤਾ ਪੁਰਖ ਇੱਕੋ ਹੀ ਆ। ਉਹਨੂੰ ਪਾਉਣ ਦੇ ਢੰਗ ਵੱਖਰੇ ਹੋ ਸਕਦੇ ਆ, ਮਜ਼ਹਬ ਵੱਖਰੇ ਹੋ ਸਕਦੇ ਆ, ਲੇਕਿਨ ਜਦੋਂ ਜਿਹੜਾ ਢੰਗ ਉਹਨੂੰ ਗੱਲ ਕੀਤੀ ਜਾਊਗੀ, ਉਹ ਨਾਮ ਤੇ ਆ ਕੇ ਗੱਲ ਮੁੱਕਣੀ ਹੈ। ਉਹ ਢੰਗ ਇੱਕੋ ਹੈ। ਜਿਵੇਂ ਹਰ ਧਰਮ ਦੇ ਵਿੱਚ ਮੁਸਲਮਾਨ ਇਹਨੂੰ ਜ਼ਿਕਰ ਕਰਨਾ ਕਹਿੰਦੇ ਆ, ਜਿੱਦਾਂ ਆਪਾਂ ਕਹਿੰਦੇ ਨਾਮ ਅਭਿਆਸ, ਉਹ ਕਹਿੰਦੇ ਜ਼ਿਕਰ ਕਰੀਏ ਆਪਾਂ ਬੈਠ ਕੇ। ਉਹ ਕਹਿੰਦੇ ਅੱਲਾਹੂ ਅੱਲਾਹੂ। ਹਿੰਦੂ ਦੇ ਵਿੱਚ, ਧਰਮ ਦੇ ਵਿੱਚ, ਸਨਾਤਨ ਦੇ ਵਿੱਚ ਇਹਨੂੰ ਕਹਿੰਦੇ ਹੈ ਸੁਮਿਰਨ। ਸੁਮਿਰਨ ਉਹਨਾਂ ਦੀ ਆਪਣੀ ਲਿਪੀ ਹੈ, ਵੱਖਰੀ ਉਹਨਾਂ ਦੇ ਅਰਥ ਨੇ। ਉਹ ਸੁਮਿਰਨ ਕਹਿੰਦੇ ਆ, ਰਾਮ ਨਾਮ ਦਾ ਸਿਮਰਨ। ਠੀਕ ਹੈ। ਕ੍ਰਿਸਚੈਨਿਟੀ ਦੇ ਵਿੱਚ ਵਰਡ ਦੀ ਗੱਲ ਕੀਤੀ ਹੈ,
ਇਹ ਜਿਹੜੇ ਯਹੂਦੀ ਨੇ ਇਹ ਯਹੋਵਾ ਅੱਖਰ ਜਾਪ ਕਰਦੇ ਆ। ਸੋ ਨਾਮ ਦੀ ਗੱਲ ਇੱਕੋ ਹੈ, ਸੂਰਜ ਇੱਕੋ, ਰੁੱਤ ਅਨੇਕ, ਭਾਵੇਂ ਡਿਸਿਪਲਿਨ ਵੱਖਰੇ ਵੱਖਰੇ ਨੇ, ਰੁੱਤਾਂ ਅਨੇਕ ਨੇ, ਲੇਕਿਨ ਸੂਰਜ ਹੈ ਜਿਹੜਾ ਉਹ ਇੱਕੋ ਹੈ। ਨਾਨਕ ਕਰਤੇ ਕੇ ਕੀਤੇ ਵੇਸ, ਉਹਦੇ ਵੇਸ ਬਹੁਤ ਨੇ, ਬੇਅੰਤ ਹੈ ਉਹ, ਉਹਦੇ ਡਿਸਿਪਲਿਨ ਵੱਖਰੇ ਨੇ, ਰੂਪ ਵੱਖਰੇ ਨੇ। ਇਸ ਕਰਕੇ ਕੀ ਕਰਨਾ ਬਾਬਾ, ਜੈ ਘਰ ਕਰਤੇ ਕੀ ਕੀਰਤ ਹੋਏ, ਜਿੱਥੇ ਨਾਮ ਜਪਿਆ ਜਾ ਰਿਹਾ ਸੋ ਘਰ ਰਾਖ ਵਡਾਈ ਤੋਏ, ਉੱਥੇ ਇਹ ਉਹਦੇ ਜਿਹੜੇ ਵੱਖਰੇ ਵੱਖਰੇ ਡਿਸਿਪਲਿਨ ਨੇ ਉਹਨਾਂ ਦਾ ਆਪੇ ਪਤਾ ਲੱਗ ਜਾਣਾ, ਉਸ ਇੱਕ ਦਾ ਆਪੇ ਪਤਾ ਲੱਗ ਜਾਣਾ। ਤੇਰੀ ਡਿਊਟੀ ਕੀ ਹੈ, ਤੂੰ ਕਰਤੇ ਦੀ ਕੀਰਤ ਆਪਣੇ ਘਰ ਦੇ ਵਿੱਚ ਬੈਠ ਕੇ ਮਨ ਦੇ ਵਿਚਾਰ ਰੋਕ ਕੇ ਨਾਮ ਜਪੀ ਜਾਣਾ, ਨਾਮ ਜਪੀ ਜਾਣਾ, ਨਾਮ ਜਪੀ ਜਾਣਾ। ਸੋ ਘਰ ਰਾਖ ਵਡਾਈ ਤੋਏ, ਉਸ ਫਿਰ ਘਰ ਦੀ ਪਾਲਣਾ ਪੋਸ਼ਣਾ, ਉਹਨੂੰ ਕਿੰਨਾ ਗਿਆਨ, ਕਿੱਥੇ ਉਹਨੂੰ ਪਹੁੰਚਾਉਣਾ, ਕਦੋਂ ਉਹਨੂੰ ਸੂਖਮ ਨੂੰ ਅੰਦਰੋਂ ਕੱਢ ਕੇ ਉਸ ਸਰੀਰ ਨਾਲੋਂ ਵੱਖ ਕਰ ਦੇਣਾ, ਇਹ ਸਾਰੀ ਉਸ ਕਰਤੇ ਪੁਰਖ ਦੀ ਵਡਾਈ ਹੈ। ਇਹ ਉਸ ਅਵਸਥਾ 'ਚ ਜਾ ਕੇ ਉਸ ਭਾਵਾਂ ਦੇ ਦੇਸ਼ 'ਚ ਜਦੋਂ ਅਸੀਂ ਖੇਲਾਂਗੇ ਉਦੋਂ ਸਾਨੂੰ ਇਹਦੀ ਸੋਝੀ ਵੀ ਪੈ ਜਾਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ